ਵਿਗਨ ਵਿਨਾਸ਼ਨ ਸੋਏ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਵਿਨਾਸ਼ਨ ਸੋਏ। ਜਰਾ ਰਾਖਸ਼ੀ ਕੋ ਤਹਿ ਵਰਜਿਓ, ਨਿਰਪਕੇ ਭਟਨ ਕ੍ਰੋਧ ਕਰ ਤਰਜਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ, ਆਪ ਸੰਗਤਾਂ ਨੇ ਗੁਰੂ ਦਰਬਾਰ ਅੰਦਰ ਬੈਠ ਕੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਗੁਰੂ ਤੇਗ ਬਹਾਦਰ ਮਹਾਰਾਜ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ। ਕੁਝ ਸੰਗਤਾਂ ਨੇ ਸਵਾਲ ਕੀਤਾ, ਮਹਾਰਾਜ ਇਹ ਪਟਨਾ ਸ਼ਹਿਰ ਜਿਹੜਾ ਕਿਸ ਨੇ ਵਸਾਇਆ ਹੈ, ਇਹ ਸ਼ਹਿਰ ਕਿਵੇਂ ਬਣਿਆ, ਇਹਦੀ ਕਥਾ ਕੀ ਹੈ। ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਦਾ ਇਤਿਹਾਸ ਸੁਣਾਉਂਦੇ ਪਏ ਵੀ ਇਸ ਧਰਤੀ ਦੇ ਉੱਪਰ ਇੱਕ ਬਿਰਹਿ ਦਰਥ ਨਾਮ ਦਾ ਰਾਜਾ ਹੋਇਆ। ਬਿਰਹਿ ਦਰਥ, ਉਹਦੀਆਂ 2 ਰਾਣੀਆਂ ਸਨ, ਪਰ ਘਰ ਦੇ ਵਿੱਚ ਔਲਾਦ ਨਹੀਂ ਹੈ। ਬੜੇ ਯਤਨ ਕਰਨ ਤੋਂ ਮਗਰੋਂ ਜਦੋਂ ਔਲਾਦ ਨਹੀਂ ਪ੍ਰਾਪਤ ਹੋਈ ਤੇ ਇੱਥੇ ਇੱਕ ਰਿਖੀ ਰਹਿੰਦਾ। ਰਿਖੀ ਦਾ ਨਾਮ ਹੈ ਚੰਦਰਿਕ ਰਿਖੀ। ਇਹ ਰਾਜਾ ਆਪਣੀਆਂ ਰਾਣੀਆਂ ਦੇ ਨਾਲ ਜਾ ਕੇ ਉਸ ਰਾਣੀਆਂ ਨੂੰ ਨਾਲ ਲੈ ਕੇ ਉਸ ਰਿਖੀ ਦੀ ਸੇਵਾ ਕੀਤੀ ਹੈ। ਰਿਖੀ ਬ੍ਰਹਮ ਅਵਸਥਾ ਦਾ ਮਾਲਕ ਹੈ। ਉਸਨੇ ਆਪਣੇ ਕੋਲੋਂ ਇੱਕ ਫਲ ਦੇ ਕੇ ਆਖਿਆ ਵੀ ਲੈ ਰਾਜਨ, ਇਹ ਫਲ ਆਪਣੀਆਂ ਰਾਣੀਆਂ ਨੂੰ ਦੇ, ਤੇਰੇ ਘਰ ਵਿੱਚ ਬਲ ਵਾਲਾ ਪੁੱਤਰ ਪੈਦਾ ਹੋਵੇਗਾ। ਜਦੋਂ ਰਾਜੇ ਨੂੰ ਉਹ ਫਲ ਪ੍ਰਾਪਤ ਹੋਇਆ ਬਿਰਹਿ ਦਰਥ ਨੂੰ, ਤੇ ਉਹ ਘਰ ਵਿੱਚ ਆ ਕੇ ਸੋਚਣ ਲੱਗ ਪਿਆ, ਫਲ ਇੱਕ ਹੈ, ਰਾਣੀਆਂ 2 ਨੇ। ਜੇ ਮੈਂ ਇੱਕ ਨੂੰ ਫਲ ਦੇ ਦਿੱਤਾ, ਇੱਕ ਨੂੰ ਤੇ ਪੁੱਤਰ ਪ੍ਰਾਪਤ ਹੋਵੇਗਾ, ਦੂਜੀ ਨੂੰ ਪ੍ਰਾਪਤ ਨਹੀਂ ਹੋਣਾ, ਤੇ ਘਰ ਵਿੱਚ ਕਲੇਸ਼ ਬਣਿਆ ਰਹੇਗਾ। ਇੱਕ ਖੁਸ਼ ਹੋ ਜਾਏਗੀ, ਇੱਕ ਦੁਖੀ ਹੋ ਜਾਏਗੀ। ਮੈਨੂੰ ਦੋਨੇ ਬਰਾਬਰ ਨੇ। ਇਹ ਗੱਲ ਸੋਚ ਕੇ ਰਾਜੇ ਨੇ ਉਸ ਫਲ ਦੇ 2 ਹਿੱਸੇ ਕੀਤੇ। ਅੱਧਾ ਹਿੱਸਾ ਇੱਕ ਰਾਣੀ ਨੂੰ ਦਿੱਤਾ, ਅੱਧਾ ਹਿੱਸਾ ਦੂਜੀ ਰਾਣੀ ਨੂੰ ਦਿੱਤਾ। ਕਹਿਣ ਲੱਗੇ ਸਮਾਂ ਬਤੀਤ ਹੋਇਆ, ਦੋਨਾਂ ਦੀ ਕੁੱਖ ਵਿੱਚੋਂ ਬਾਲਕਾਂ ਨੇ ਜਨਮ ਲਿਆ, ਪਰ ਬਾਲਕਾਂ ਦੇ ਸਰੀਰ ਜਿਹੜੇ ਦੋਨਾਂ ਦੇ ਅੱਧੇ ਸਰੀਰ ਨੇ। ਇੱਕ ਮਾਂ ਨੇ ਐਸੇ ਬਾਲਕ ਨੂੰ ਜਨਮ ਦਿੱਤਾ, ਇੱਕ ਲੱਤ ਹੈ, ਇੱਕ ਪਾਸੇ ਦਾ ਕੰਨ ਹੈ, ਇੱਕ ਪਾਸੇ ਦੀ ਅੱਖ ਹੈ, ਇੱਕ ਪਾਸੇ ਦਾ ਸਰੀਰ ਇੱਕ ਨੇ ਪੈਦਾ ਕੀਤਾ, ਦੂਜੇ ਪਾਸੇ ਦਾ ਸਰੀਰ ਦੂਜੀ ਰਾਣੀ ਨੇ ਪੈਦਾ ਕੀਤਾ। ਜਦੋਂ 2 ਵੱਖ-ਵੱਖ ਟੁਕੜਿਆਂ ਦਾ ਇਹ ਬਾਲਕ ਪੈਦਾ ਹੋਇਆ, ਜਾਨ ਵੀ ਵਿੱਚ ਨਹੀਂ ਹੈ, ਸਾਰੇ ਵੇਖ ਕੇ ਡਰ ਗਏ ਤੇ ਉਸ ਨੂੰ ਬਾਹਰ ਜੰਗਲ ਵਿੱਚ ਸੁੱਟ ਦਿੱਤਾ ਗਿਆ। ਜੰਗਲ ਦੇ ਵਿੱਚ ਇੱਕ ਜਰਾ ਨਾਮ ਦੀ ਰਾਖਸ਼ਣੀ ਰਹਿੰਦੀ ਹੈ। ਉਸਨੇ ਵੇਖਿਆ ਵੀ ਇਹ 2 ਹਿੱਸੇ ਨੇ, ਬਾਲਕ ਇੱਕ ਹੈ ਪਰ 2 ਹਿੱਸਿਆਂ ਵਿੱਚ ਵੰਡਿਆ ਹੋਇਆ। ਖਾਣ ਤੋਂ ਪਹਿਲਾਂ ਉਸਨੇ ਦੋਵੇਂ ਹਿੱਸੇ ਦੋਨੇ ਇਕੱਠੇ ਕੀਤੇ ਤੇ ਕਹਿਣ ਲੱਗੇ ਚੰਦਰਿਕ ਰਿਖੀ ਦਾ ਵਰ ਸੀ ਵੀ ਬਾਲਕ ਬੜੇ ਬਲ ਵਾਲਾ ਪੈਦਾ ਹੋਵੇਗਾ। ਉਸ ਵੇਲੇ ਬੜਾ ਭਿਆਨਕ ਆਵਾਜ਼ ਆਕਾਸ਼ ਦੇ ਵਿੱਚੋਂ ਆਈ ਹੈ। ਇਹ ਬਾਲਕ ਦਾ ਸਰੀਰ ਜੁੜਿਆ। ਉਸ ਵੇਲੇ ਇਹ ਬਾਲਕ ਰੋਣ ਦੀ ਆਵਾਜ਼ ਕਰਦਾ। ਜਦੋਂ ਰੋਂਦਾ ਹੈ ਤੇ ਇੰਨੀ ਭਿਆਨਕ ਆਵਾਜ਼ ਆਉਂਦੀ ਹੈ, ਦੂਰ ਦੂਰ ਤੱਕ ਸੁਣਾਈ ਦਿੰਦੀ ਹੈ। ਰਾਜੇ ਦੇ ਮਹਿਲਾਂ ਤੱਕ, ਰਾਜੇ ਦੇ ਸ਼ਹਿਰ ਤੱਕ ਉਸ ਬਾਲਕ ਦੀ ਆਵਾਜ਼ ਸੁਣਾਈ ਦੇ ਰਹੀ ਹੈ, ਜਿਹੜਾ ਜਰਾ ਰਾਖਸ਼ਣੀ ਨੇ ਜਿਉਂਦਾ ਕੀਤਾ। ਇਤਿਹਾਸ ਆਪਾਂ ਪਿੱਛੇ ਸਰਵਣ ਕਰਿਆ ਏ। ਅੱਗੇ ਉਹ ਬਾਲਕ ਕੀ ਕਰਦਾ, ਆਓ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸਾਹਿਬ ਜੀ। ਜਰਾ ਰਾਖਸ਼ੀ ਕੋ ਤਹਿ ਵਰਜਿਓ। ਕਹਿਣ ਲੱਗੇ ਵੀ ਉਹ ਜਿਹੜੀ ਰਾਖਸ਼ਣੀ ਨੇ ਜਦੋਂ ਬਾਲਕ ਨੂੰ ਜਿਉਂਦਾ ਕਰ ਲਿਆ ਨਾ, ਉਸ ਵੇਲੇ ਰਾਜੇ ਨੇ ਆਪਣੇ ਸਿਪਾਹੀ ਭੇਜੇ। ਬੱਚੇ ਦੇ ਰੋਣ ਦੀ ਆਵਾਜ਼ ਜਦੋਂ ਰਾਜੇ ਦੇ ਮਹਿਲਾਂ ਤੱਕ ਪਹੁੰਚੀ ਹੈ ਤੇ ਆਪਣੇ ਸਿਪਾਹੀ ਭੇਜੇ। ਕਹਿਣ ਲੱਗਾ ਜਾਓ ਜਾ ਕੇ ਰੋਕੋ ਉਸ ਰਾਖਸ਼ਣੀ ਨੂੰ, ਬੱਚੇ ਨੂੰ ਕਿਤੇ ਖਾ ਨਾ ਜਾਵੇ। ਰਾਜੇ ਨੇ ਆਪਣੇ ਸਿਪਾਹੀ ਭੇਜੇ ਹਨ। ਨਿਰਪਕੇ ਭਟਨ ਕ੍ਰੋਧ ਕਰ ਤਰਜਿਓ। ਰਾਜੇ ਦੇ ਸਿਪਾਹੀ ਆਏ, ਉਹਨਾਂ ਨੇ ਬੜਾ ਡਰ ਦੇ ਕੇ ਉਸ ਰਾਖਸ਼ਣੀ ਨੂੰ ਰੋਕਿਆ।
ਉਸ ਬਾਲਕ ਨੂੰ ਮਾਰਨ ਤੋਂ, ਉਸ ਨੂੰ ਖਾਣ ਤੋਂ ਰਾਜੇ ਦੇ ਸਿਪਾਹੀਆਂ ਨੇ ਰੋਕ ਲਿਆ ਹੈ। लियो उठाए बहुत ने मिलकर, ਤੇ ਕਹਿਣ ਲੱਗੇ ਇਸ ਬਾਲਕ ਦਾ ਸਰੀਰ ਬੜਾ ਭਾਰਾ ਹੈ, ਇੱਕ ਦੇ ਚੁੱਕਣ ਦੇ ਵੱਸ ਦੀ ਗੱਲ ਨਹੀਂ, ਕਈ ਸਿਪਾਹੀਆਂ ਨੇ ਇਕੱਠੇ ਹੋ ਕੇ ਉਸ ਬਾਲਕ ਦੇ ਸਰੀਰ ਨੂੰ ਚੁੱਕਿਆ ਹੈ। लेकर पहुँचे भूपत के घर, ਜਿੱਥੇ ਰਾਜੇ ਦਾ ਘਰ ਸੀ ਨਾ, ਜਿਸ ਰਾਜੇ ਦੇ ਘਰ ਜਿਹਦਾ ਨਾਮ ਹੈ ਬਿਰਹਦਰਥ, ਉਸ ਰਾਜੇ ਦੇ ਘਰ ਉਸ ਬਾਲਕ ਨੂੰ ਲੈ ਕੇ ਸਿਪਾਹੀ ਪਹੁੰਚੇ ਹਨ। जरा गई महपालक पास, ਕਹਿਣ ਲੱਗੇ ਵੀ ਹਾਲੇ ਬਾਲਕ ਪਹੁੰਚਿਆ ਹੀ ਹੈ ਰਾਜੇ ਦੀ ਕਚਹਿਰੀ ਦੇ ਵਿੱਚ। ਇੰਨੇ ਚਿਰ ਨੂੰ ਉਹ ਜਿਹੜੀ ਰਾਖਸ਼ਨੀ ਸੀ ਨਾ ਜਰਾ, ਉਹ ਵੀ ਪਹੁੰਚ ਗਈ ਮਗਰੇ ਰਾਜੇ ਦੇ ਕੋਲ ਚਲੇ ਗਈ ਹੈ। हे नृप तुमरे पुर ममपास, ਉਹਨੇ ਜਾ ਕੇ ਫਰਿਆਦ ਕੀਤੀ, ਕਹਿਣ ਲੱਗੀ ਵੀ ਐ ਰਾਜਾ, ਮੈਂ ਤੇਰੇ ਸ਼ਹਿਰ ਦੇ ਵਿੱਚ ਨਿਵਾਸ ਕਰਦੀ ਹਾਂ, ਤੇਰੇ ਸ਼ਹਿਰ ਦੇ ਤੇਰੇ ਇਲਾਕੇ ਦੇ ਵਿੱਚ ਮੈਂ ਰਹਿਣ ਵਾਲੀ ਹਾਂ। यहाँ ते बालक मैं लख पावां, ਇਸ ਕਰਕੇ ਇਹ ਜਿਹੜਾ ਬਾਲਕ ਹੈ ਨਾ, ਬੱਚਾ ਜਿਹੜਾ ਤੇਰੇ ਕੋਲ ਹੁਣ ਆ ਗਿਆ, ਤੇਰੇ ਸਿਪਾਹੀ ਮੇਰੇ ਕੋਲੋਂ ਲੈ ਕੇ ਆਏ ਨੇ, ਮੈਂ ਇਸ ਤਰ੍ਹਾਂ ਆਪਣੇ ਮਨ ਵਿੱਚ ਜਾਣਦੀ ਹਾਂ। जोर दुखंड आन जे पावां, ਤੇ ਮੈਂ ਇਹਦੇ ਦੋ ਟੋਟੇ ਇਕੱਠੇ ਕੀਤੇ ਨੇ। ਰਾਖਸ਼ਨੀ ਨੇ ਦੱਸਿਆ ਵੀ ਇਹ ਬਾਲਕ ਦੇ ਦੋ ਸਰੀਰ ਦੇ ਹਿੱਸੇ ਸਨ, ਜੰਗਲ ਵਿੱਚ ਕੋਈ ਸੁੱਟ ਗਿਆ, ਪਰ ਮੈਂ ਦੋਨੇ ਹਿੱਸੇ ਇਕੱਠੇ ਕਰਕੇ ਇਹਦੇ ਵਿੱਚ ਜਾਨ ਪਾਉਣਾ ਕੀਤੀ ਹੈ। नृप ने होए प्रसन्न सोतलीनस, ਉਸ ਵੇਲੇ ਰਾਜੇ ਨੇ ਸੁਣਿਆ, ਰਾਜੇ ਨੂੰ ਪਤਾ ਲੱਗ ਗਿਆ ਵੀ ਇਹ ਤੇ ਬਾਲਕ ਉਹੀ ਹੈ ਜਿਹੜਾ ਮੈਂ ਜੰਗਲ ਵਿੱਚ ਸੁਟਾਇਆ ਸੀ, ਜਿਹਦੇ ਦੋ ਸਰੀਰ ਦੇ ਹਿੱਸੇ ਤੇ ਮਰਿਆ ਹੋਇਆ ਸੀ, ਪਰ ਇਹਦੇ ਸਰੀਰ ਦੇ ਹਿੱਸੇ ਵੀ ਜੁੜ ਗਏ, ਇਹਦੇ ਵਿੱਚ ਜਾਨ ਵੀ ਪੈ ਗਈ ਹੈ, ਤੇ ਉਹੀ ਮੇਰਾ ਪੁੱਤਰ ਹੈ ਜਿਹੜਾ ਮੈਂ ਜੰਗਲ ਵਿੱਚ ਸੁੱਟਿਆ। ਤੇ ਕਹਿਣ ਲੱਗੇ, ਰਾਜਾ ਸੁਣ ਕੇ ਬੜਾ ਖੁਸ਼ ਹੋਇਆ ਹੈ। मोद सहित दारा होए दीनस, ਕਹਿਣ ਲੱਗੇ ਬੜੀ ਖੁਸ਼ੀ ਦੇ ਨਾਲ ਉਸਨੇ ਉਹ ਜਿਹੜਾ ਪੁੱਤਰ ਸੀ ਨਾ ਕਚਹਿਰੀ ਵਿੱਚ ਸਿਪਾਹੀਆਂ ਨੇ ਲੈ ਕੇ ਆਂਦਾ, ਆਪਣੀਆਂ ਰਾਣੀਆਂ ਨੂੰ ਦਿੱਤਾ ਹੈ। जरा राक्षसी विद्या होए, ਕਹਿਣ ਲੱਗੇ ਵੀ ਉਹ ਜਿਹੜੀ ਜਰਾ ਨਾਮ ਦੀ ਰਾਖਸ਼ਨੀ ਸੀ, ਉਹ ਫਿਰ ਰਾਜੇ ਦੇ ਕੋਲੋਂ ਆਗਿਆ ਲੈ ਕੇ ਆਪਣੇ ਜੰਗਲ ਨੂੰ ਚਲੇ ਗਈ ਹੈ। गई चिंत राजे की खोए, ਰਾਜੇ ਦੀ ਚਿੰਤਾ ਵੀ ਦੂਰ ਹੋ ਗਈ ਉਸ ਵੇਲੇ। जगह दान मंगल उत्साह, ਰਾਜੇ ਨੇ ਫਿਰ ਬੜੇ ਬੜੇ ਜੱਗ ਕੀਤੇ, ਦਾਨ ਕੀਤੇ, ਬੜੀਆਂ ਖੁਸ਼ੀਆਂ ਹੋਈਆਂ ਹਨ। करत भयो हित सो नर नाहु, ਇਸ ਤਰ੍ਹਾਂ ਕਹਿਣ ਲੱਗੇ ਵੀ ਉਹ ਜਿਹੜਾ ਰਾਜਾ ਹੈ ਉਸਨੇ ਬਹੁਤ ਜ਼ਿਆਦਾ ਜੱਗ ਤੇ ਦਾਨ ਕੀਤੇ ਹਨ। जरा राक्षसी संध करयो है, ਕਹਿਣ ਲੱਗੇ ਵੀ ਉਹ ਜਿਹੜੀ ਜਰਾ ਨਾਮ ਦੀ ਰਾਖਸ਼ਨੀ ਸੀ ਨਾ, ਉਹਨੇ ਸੰਧ ਤੋਂ ਭਾਵ ਹੁੰਦਾ ਜੋੜਨਾ, ਉਹਨੇ ਜੋੜਿਆ ਸੀ, ਉਹਦਾ ਨਾਮ ਪੈ ਗਿਆ ਦੁਨੀਆ ਦੇ ਵਿੱਚ ਜਰਾ ਸੰਧ। ਜਰਾ ਰਾਖਸ਼ਨੀ ਸੀ ਜਿਹਨੇ ਜਿਉਂਦਾ ਕੀਤਾ, ਸੰਧ ਤੋਂ ਭਾਵ ਹੁੰਦਾ ਇਕੱਠਾ ਕਰਨਾ, ਜੋੜਨਾ, ਜੋੜਿਆ ਸੀ, ਇਸ ਕਰਕੇ ਉਹਦਾ ਨਾਮ ਰੱਖਿਆ ਗਿਆ ਜਰਾ ਸੰਧ। ਇਹਨੇ ਪਟਨਾ ਸਾਹਿਬ ਦੀ ਧਰਤੀ ਜਾਂ ਉਸ ਇਲਾਕੇ ਵਿੱਚ ਰਾਜ ਕੀਤਾ, ਤੇ ਬੜਾ ਵੱਡਾ ਰਾਜਾ ਕਿਸੇ ਕੋਲੋਂ ਜਿੱਤਿਆ ਨਹੀਂ ਸੀ ਜਾਂਦਾ। ਜਿਵੇਂ ਇਹਦਾ ਜਨਮ ਹੋਇਆ ਹੈ, ਮੌਤ ਵੀ ਇਹਦੀ ਉਸੇ ਤਰ੍ਹਾਂ ਹੀ ਹੋਈ। ਜਦੋਂ ਭਗਵਾਨ ਕ੍ਰਿਸ਼ਨ ਜੀ ਗਏ ਨਾ ਇਹਦੇ ਇਲਾਕੇ ਵਿੱਚ ਇਹਨੂੰ ਮਾਰਨ ਵਾਸਤੇ, ਤੇ ਉਸ ਵੇਲੇ ਭਗਵਾਨ ਕ੍ਰਿਸ਼ਨ ਜੀਆਂ ਨੇ ਭੀਮਸੈਨ ਨੂੰ ਆਖਿਆ ਸੀ ਵੀ ਇਸ ਨੇ ਮਰਨਾ ਉਦੋਂ ਹੈ ਜਦੋਂ ਇਹਦੀ ਲੱਤ ਤੇ ਲੱਤ ਰੱਖ ਕੇ ਤੇ ਦੂਜੀ ਲੱਤ ਨੂੰ ਖਿੱਚ ਕੇ ਇਹਦੇ ਦੋ ਹਿੱਸੇ ਕਰਕੇ ਪਾੜ ਦੇ, ਤਾਂ ਇਹਦੀ ਜਾਨ ਨਿਕਲਣੀ ਹੈ, ਕਿਉਂਕਿ ਦੋ ਸਰੀਰ ਦੇ ਹਿੱਸੇ ਜੁੜ ਕੇ ਇਹਦਾ ਸਰੀਰ ਬਣਿਆ। ਇਹਦੀ ਮੌਤ ਵੀ ਉਦੋਂ ਹੋਣੀ ਹੈ ਜਦੋਂ ਦੋਨੇ ਸਰੀਰ ਇਹਦੇ ਪਾੜ ਜਾਣਗੇ, ਵੱਖੋ ਵੱਖਰੇ ਹੋ ਜਾਣਗੇ। ਇਤਿਹਾਸ ਬੜਾ ਲੰਬੇਰਾ ਹੈ। ਕਹਿਣ ਲੱਗੇ ਭੀਮਸੈਨ ਜਦੋਂ ਲੜਿਆ, ਉਸਨੇ ਸਰੀਰ ਪਾੜ ਦੇਣਾ, ਪਰ ਸਰੀਰ ਫਿਰ ਜੁੜ ਜਾਣਾ। ਕੁਦਰਤ ਸੀ, ਕੋਈ ਵਰ ਸੀ ਉਹਨੂੰ ਮਿਲਿਆ ਹੋਇਆ, ਸਰੀਰ ਪਾੜਨਾ ਫਿਰ ਜੁੜ ਜਾਣਾ। ਜੰਗ ਲੜਦਿਆਂ, ਘੋਲ ਕਰਦਿਆਂ ਕਈ ਮਹੀਨੇ ਲੰਘ ਗਏ। ਵਿਦਵਾਨ ਕਹਿੰਦੇ ਨੇ ਵੀ ਭੀਮਸੈਨ ਥੱਕ ਗਿਆ ਇਹਨੂੰ ਮਾਰਦਿਆਂ ਮਾਰਦਿਆਂ। ਫਿਰ ਭਗਵਾਨ ਕ੍ਰਿਸ਼ਨ ਜੀਆਂ ਨੇ ਇਸ਼ਾਰੇ ਦੇ ਨਾਲ ਸਮਝਾਇਆ, ਕਹਿਣ ਲੱਗੇ ਪਾੜ ਕੇ ਦੋਨੇ ਹਿੱਸੇ ਇੱਧਰ ਉੱਧਰ ਸੁੱਟ ਦੇ, ਨੇੜੇ ਨਾ ਸੁੱਟ, ਸੱਜਾ ਚੁੱਕ ਕੇ ਖੱਬੇ ਬੰਨੇ ਸੁੱਟ ਦੇ ਤੇ ਖੱਬਾ ਚੁੱਕ ਕੇ ਸੱਜੇ ਬੰਨੇ ਸੁੱਟ। ਹਿੱਸੇ ਸਰੀਰ ਦੇ ਉਲਟੇ ਪੁਲਟੇ ਕਰਦੇ, ਫਿਰ ਜੁੜਨਗੇ ਨਹੀਂ ਤੇ ਇਹ ਮਰ ਜਾਏਗਾ। ਇਸ ਤਰ੍ਹਾਂ ਕਹਿਣ ਲੱਗੇ ਜਰਾਸੰਧ ਦੀ ਮੌਤ ਹੋਈ ਸੀ। ਸ਼ਾਸਤਰਾਂ ਵਿੱਚ ਉਹਦੀ ਕਥਾ ਇਸ ਤਰ੍ਹਾਂ ਲਿਖੀ ਹੋਈ ਹੈ ਵੀ ਇਸ ਤਰ੍ਹਾਂ ਉਹਦਾ ਜਨਮ ਹੋਇਆ। ਰਾਜੇ ਦੇ ਕੋਲੋਂ ਫਲ ਲੈ ਕੇ ਦੋ ਰਾਣੀਆਂ ਨੇ ਅੱਧੇ ਅੱਧੇ ਬਾਲਕ ਨੂੰ ਜਣਿਆ। ਇੱਕ ਰਾਖਸ਼ਨੀ ਨੇ ਉਸ ਨੂੰ ਇਕੱਠਾ ਕਰਕੇ ਉਹਦਾ ਪੂਰਾ ਸਰੀਰ ਬਣਾਇਆ। ਜਦੋਂ ਮੌਤ ਹੋਈ ਉਦੋਂ ਵੀ ਸਰੀਰ ਪਾੜ ਕੇ ਉਸ ਨੂੰ ਮਾਰਿਆ ਗਿਆ ਸੀ। ਜਰਾਸੰਧ ਨਾਮ ਉਸ ਦਾ ਤਾਂ ਪੈ ਗਿਆ, ਜਰਾ ਉਹ ਰਾਖਸ਼ਨੀ ਸੀ ਜਿਹਨੇ ਜੋੜਿਆ, ਤੇ ਸੰਧ ਨਾਮ ਹੈ ਇਕੱਠੇ ਕਰਨ ਦਾ, ਵੀ ਜਿਹਨੇ ਦੋ ਸਰੀਰ ਦੇ ਟੁਕੜੇ ਇਕੱਠੇ ਕਰਕੇ ਇਸ ਬਾਲਕ ਨੂੰ ਜਿਉਂਦਾ ਕੀਤਾ। ਕਹਿੰਦੇ ਇਸ ਤਰ੍ਹਾਂ ਇਹਦਾ ਨਾਮ ਜਿਹੜਾ ਨਾ ਜਰਾਸੰਧ ਦੁਨੀਆ ਵਿੱਚ ਜਿਹੜਾ ਹੈ ਪ੍ਰਗਟ ਹੋਇਆ ਹੈ। ਜਰਾਸੰਧ ਇਮ ਨਾਮ ਪਰਿਓ ਹੈ। ਕਹਿੰਦੇ ਵੀ ਇਸ ਤਰ੍ਹਾਂ ਇਹਦਾ ਨਾਮ ਪਿਆ। ਜਰਾਸੰਧ ਬੜਾ ਵੱਡਾ ਰਾਜਾ ਸੀ ਔਰ ਭਗਵਾਨ ਕ੍ਰਿਸ਼ਨ ਦੇ ਨਾਲ ਖਾਸਾ ਵੈਰ ਰੱਖਦਾ ਸੀ,
ਕਿਉਂਕਿ ਭਗਵਾਨ ਕ੍ਰਿਸ਼ਨ ਦੇ ਮਾਮਾ ਜੀ ਜਿਹੜੇ ਕੰਸ ਸਨ, ਕੰਸ ਦਾ ਇਹ ਮਿੱਤਰ ਸੀ। ਜਦੋਂ ਪਤਾ ਲੱਗਿਆ ਵੀ ਕ੍ਰਿਸ਼ਨ ਜੀਆਂ ਨੇ ਕੰਸ ਨੂੰ ਮਾਰ ਦਿੱਤਾ ਤੇ ਇਹ ਬਦਲਾ ਲੈਣਾ ਚਾਹੁੰਦਾ ਸੀ ਆਪਣੇ ਮਿੱਤਰ ਦਾ, ਇਸ ਕਰਕੇ ਭਗਵਾਨ ਜੀਆਂ ਦੇ ਨਾਲ ਵੈਰ ਕਰਦਾ ਹੈ। ਦਿਨ ਦਿਨ ਵਧੈ ਅਧਿਕ ਬਲ ਧਰੈ। ਕਹਿਣ ਲੱਗੇ ਦਿਨਾਂ ਪ੍ਰਤੀ ਦਿਨ ਇਸ ਦਾ ਸਰੀਰ ਵੱਧਦਾ ਹੈ, ਬਾਲਕ ਤੋਂ ਵੱਡਾ ਹੁੰਦਾ ਜਾਂਦਾ ਹੈ ਤੇ ਬਹੁਤ ਜ਼ਿਆਦਾ ਬਲ ਹੈ। ਸ਼ਕਤ ਵਿਸਾਲ ਨਿਰਭਉ ਸਮ ਕਰੈ। ਕਹਿਣ ਲੱਗੇ ਵੀ ਬਹੁਤ ਜ਼ਿਆਦਾ ਬਲ ਹੈ, ਇੰਨਾ ਜ਼ੋਰ ਹੈ ਵੀ ਇਹਦੇ ਵਰਗਾ ਉਸ ਵੇਲੇ ਕੋਈ ਰਾਜਾ ਨਹੀਂ ਹੈ। ਮਹਾਬਾਹੋ ਆਯੁਤ ਜਿਸ ਬੜੀਆਂ ਛਾਤੀ। ਲੰਮੀਆਂ ਲੰਮੀਆਂ ਬਾਹਾਂ ਤੇ ਛਾਤੀ ਚੌੜੀ ਹੈ, ਇਹਦੇ ਨਾਲ ਕਿਸਨੇ ਕੁਸ਼ਤੀ ਕਰ ਲੈਣੀ, ਕੋਈ ਕਰ ਨਹੀਂ ਸਕਦਾ ਹੈ। ਸ਼ੁਭ ਲਛਣ ਸੁੰਦਰ ਸਭ ਭਾਂਤੀ। ਬੜੇ ਸੋਹਣੇ ਸਰੀਰ ਦੇ ਲੱਛਣ ਤੇ ਬੜੇ ਸੁੰਦਰ ਇਸ ਦੇ ਅੰਗ ਹਨ। ਬੀਤਤ ਭਇਓ ਜਬ ਹੈ ਚਿਰਕਾਲ। ਕਹਿੰਦੇ ਕਈ ਸਾਲ ਇਸ ਤਰ੍ਹਾਂ ਬਤੀਤ ਹੋ ਗਏ। ਸੁਨ ਕੈ ਸੋਰਿਖ ਅਖਿਲ ਹਵਾਲ। ਉਹ ਜਿਹੜਾ ਰਿਖੀ ਸੀ ਨਾ, ਜਿਹਨੇ ਵਰ ਦਿੱਤਾ ਸੀ, ਚੰਦਰਕ ਰਿਖੀ, ਆਪਾਂ ਪਿੱਛੇ ਇਤਿਹਾਸ ਵਿੱਚ ਸਰਵਣ ਕੀਤਾ, ਜਦੋਂ ਉਹਨੂੰ ਪਤਾ ਲੱਗਾ ਨਾ ਵੀ ਮੇਰਾ ਫਲ, ਇਹ ਰਾਜੇ ਨੇ 2 ਹਿੱਸੇ ਕਰਕੇ ਰਾਣੀਆਂ ਨੂੰ ਦਿੱਤਾ, ਫਿਰ ਬਾਲਕ ਜਣਿਆ, ਫਿਰ ਉਹ ਇਕੱਠਾ ਹੋ ਗਿਆ, ਫਿਰ ਸਰੀਰ ਮਿਲਿਆ। ਜਦੋਂ ਰਿਖੀ ਨੂੰ ਪਤਾ ਲੱਗਾ ਉਹ ਸਾਰੀ ਕਥਾ ਦਾ, ਸਾਰੀ ਕਹਾਣੀ ਦਾ, ਫਿਰ ਕਹਿੰਦੇ ਉਸ ਵੇਲੇ ਇਸੀ ਦੇਸ਼ ਚਲੇ ਆਇਓ ਸੋਏ। ਉਹ ਵੀ ਚੱਲ ਕੇ ਆ ਗਿਆ, ਰਿਖੀ ਵੀ ਚੱਲ ਕੇ ਆ ਗਿਆ ਵੀ ਚਲੋ ਮੈਂ ਉਸ ਦੇਸ਼ ਦੇ ਵਿੱਚ ਜਾਂਦਾ ਹਾਂ। ਦੇਖਨ ਹਿਤ ਨਿਰਭਉ ਸੁਤ ਜੋਏ। ਆਪਣਾ ਜਿਹੜਾ ਵਰ ਦਿੱਤਾ ਸੀ ਨਾ ਵੀ ਕਿਹੜਾ ਉਹ ਪੁੱਤਰ ਪੈਦਾ ਹੋਇਆ ਜਿਹਦੇ ਸਰੀਰ ਦੇ 2 ਹਿੱਸੇ ਵੱਖੋ ਵੱਖਰੇ ਸਨ ਤੇ ਬਾਅਦ ਵਿੱਚ ਇਕੱਠੇ ਹੋਏ। ਨਾਲੇ ਮੈਂ ਵੇਖ ਕੇ ਆਵਾਂ ਵੀ ਮੈਂ ਵਰ ਦਿੱਤਾ ਉਹ ਬਾਲਕ ਬੱਚਾ ਕਿਹੋ ਜਿਹਾ। ਇੰਨੇ ਚਿਰ ਨੂੰ ਕਹਿੰਦੇ ਉਹ ਰਿਖੀ ਜਿਹੜਾ ਨਾ ਉਹ ਵੀ ਇਸ ਦੇਸ਼ ਵਿੱਚ ਆ ਗਿਆ ਹੈ। ਸੁਨਤ ਭੂਪ ਨੇ ਸੁਖ ਕੋ ਮਨ। ਰਾਜੇ ਨੇ ਸੁਣਿਆ ਵੀ ਉਹ ਰਿਖੀ ਆਇਆ ਮੇਰੇ ਰਾਜ ਦੇ ਵਿੱਚ, ਜਿਸ ਨੇ ਮੈਨੂੰ ਵਰ ਦੇ ਕੇ ਪੁੱਤਰ ਦਿੱਤਾ ਹੈ। ਪੂਜਨ ਕੀ ਲੈ ਸੌਜ ਮਹਾਨ। ਤੇ ਰਾਜਾ ਬੜਾ ਖੁਸ਼ ਹੋਇਆ ਤੇ ਪੂਜਾ ਕਰਨ ਵਾਸਤੇ ਸਾਰੀਆਂ ਵਸਤੂਆਂ ਇਸ ਨੇ ਇਕੱਠੀਆਂ ਕਰ ਲਈਆਂ ਵੀ ਰਿਖੀ ਮੇਰੇ ਦਰਬਾਰ ਵਿੱਚ ਆਵੇਗਾ ਤੇ ਮੈਂ ਉਹਦੀ ਪੂਜਾ ਕਰਨੀ ਹੈ। ਦੋ ਭਾਰ ਜਾ ਲੈ ਕਰ ਸਾਥ। ਆਪਣੀਆਂ ਦੋਵੇਂ ਜਨਾਨੀਆਂ, ਦੋਵੇਂ ਰਾਣੀਆਂ ਨੂੰ ਰਾਜਾ ਨਾਲ ਲੈ ਕੇ ਰਿਖ ਕੇ ਚਰਨ ਧਰਿਓ ਨਿਜ ਮਾਤ। ਤੇ ਜਾ ਕੇ ਰਿਖੀ ਜਿੱਥੇ ਬੈਠਾ ਸੀ ਜਾ ਕੇ ਉਹਦੇ ਚਰਨਾਂ ਦੇ ਮੱਥਾ ਟੇਕਿਆ ਹੈ। ਬਿਨੈ ਭਨੀ ਸਾਦਰ ਬੈਠਾਇਓ। ਉਸ ਵੇਲੇ ਬੜੀਆਂ ਬੇਨਤੀਆਂ ਕਰਕੇ ਬਿਠਾ ਕੇ ਬੜੇ ਭਾਗ ਹਮ ਦਰਸ਼ਨ ਪਾਇਓ। ਇਹ ਕਹਿਣ ਲੱਗ ਪਿਆ ਰਾਜਾ ਬਿਰਹਿ ਦਰਥ ਵੀ ਮੇਰੇ ਵੱਡੇ ਭਾਗ ਨੇ ਜੋ ਤੁਸੀਂ ਮੇਰੇ ਰਾਜ ਵਿੱਚ ਆ ਕੇ ਮੈਨੂੰ ਦਰਸ਼ਨ ਦਿੱਤੇ ਹਨ। ਮੋ ਪਰ ਕਿਰਪਾ ਵਿਸਾਲ ਤੁਮਾਰੀ। ਤੁਹਾਡੀ ਬਹੁਤ ਜ਼ਿਆਦੀ ਮੇਰੇ ਤੇ ਕਿਰਪਾ ਹੋਈ ਹੈ। ਰਾਜਾ ਇਸ ਤਰ੍ਹਾਂ ਉਸ ਰਿਖੀ ਨੂੰ ਕਹਿੰਦਾ ਹੈ ਦੀਏ ਪੁੱਤਰ ਜੋਧਾ ਬਲ ਭਾਰੀ। ਤੁਸੀਂ ਮੈਨੂੰ ਪੁੱਤਰ ਦਿੱਤਾ ਤੇ ਦਿੱਤਾ ਵੀ ਬੜੇ ਬਲ ਵਾਲਾ ਹੈ, ਬੜੇ ਜ਼ੋਰ ਵਾਲਾ, ਬੜੇ ਤਾਕਤ ਵਾਲਾ ਤੁਸੀਂ ਪੁੱਤਰ ਮੈਨੂੰ ਬਖਸ਼ਿਆ ਹੈ। ਅਬ ਇਹ ਰਾਜ ਆਪ ਹੀ ਕਰੀਏ। ਇਸ ਕਰਕੇ ਆ ਰਿਖੀ ਦੇਵ ਜੀ ਇਹ ਰਾਜ ਵੀ ਤੁਹਾਡਾ ਹੈ ਤੇ ਪੁੱਤਰ ਵੀ ਤੁਹਾਡਾ, ਇਸ ਕਰਕੇ ਤੁਸੀਂ ਮੇਰਾ ਰਾਜ ਭਾਗ ਸਾਂਭ ਲਓ। ਰਾਜਾ ਉਸ ਰਿਖੀ ਨੂੰ ਕਹਿ ਰਿਹਾ ਜਿਹਨੇ ਪੁੱਤਰ ਦਾ ਵਰ ਦਿੱਤਾ ਸੀ ਵੀ ਤੁਸੀਂ ਮੇਰੇ ਰਾਜ ਭਾਗ ਨੂੰ ਸਾਹਮਣਾ ਕਰੋ। ਹਮ ਸਭ ਹਨ ਕੋ ਆਸ਼ਾ ਥਰੀਏ। ਤੇ ਸਾਡੇ ਉੱਪਰ ਕਿਰਪਾ ਕਰੋ ਤੇ ਸਾਨੂੰ ਬਖਸ਼ਿਸ਼ ਕਰਨਾ ਕਰੋ। ਕਹਿ ਰਿਖੀਸ਼ਰ ਸੁਨੋ ਨਰੇਸ਼। ਜਦੋਂ ਉਹ ਸੁਣਿਆ ਨਾ ਰਿਖੀ ਨੇ ਗੱਲ ਵੀ ਇਹ ਰਾਜਾ ਮੈਨੂੰ ਰਾਜ ਦੇਣਾ ਚਾਹੁੰਦਾ, ਤੇ ਰਿਖੀ ਇਹ ਗੱਲ ਸੁਣ ਕੇ ਤੇ ਉਸ ਵੇਲੇ ਜਵਾਬ ਦੇਣ ਲੱਗਾ ਹੈ ਤੁਮ ਹੀ ਕੋ ਸ਼ੋਭਤ ਸਭ ਦੇਸ਼। ਕਹਿਣ ਲੱਗਾ ਵੀ ਨਹੀਂ ਰਾਜਨ, ਇਹ ਰਾਜ ਭਾਗ ਤੇ ਰਾਜਿਆਂ ਨੂੰ ਸ਼ੋਭਾ ਪਾਉਂਦੇ। ਮੈਂ ਤੇ ਰਿਖੀ ਆ, ਜੰਗਲ ਵਿੱਚ ਰਹਿਣ ਵਾਲਾ ਬੰਦਾ, ਮੇਰਾ ਕੰਮ ਹੈ ਤਪ ਕਰਨਾ, ਤਪੱਸਿਆ ਕਰਨੀ। ਮੈਂ ਤੇਰੇ ਰਾਜ ਨੂੰ ਕੀ ਕਰਨਾ, ਤੂੰ ਰਾਜ ਆਪਣਾ ਆਪਣੇ ਕੋਲ ਹੀ ਰੱਖ। ਇਹ ਰਾਜ ਭਾਗ ਤੇ ਰਾਜਿਆਂ ਨੂੰ ਸ਼ੋਭਾ ਪਾਉਂਦੇ ਨੇ, ਮੈਨੂੰ ਤੇਰੇ ਰਾਜ ਦੀ ਲੋੜ ਨਹੀਂ ਹੈ। ਤਪਸਾ ਬਣਿਓ ਹਮਾਰੋ ਰਾਜ। ਤੇ ਇਹ ਤਪੱਸਿਆ ਹੀ ਜਿਹੜਾ ਹੈ ਇਹ ਸਾਡਾ ਰਾਜ ਹੈ। ਰਿਖੀ ਕਹਿਣ ਲੱਗਾ ਮੇਰਾ ਰਾਜ ਤੇ ਮੇਰੀ ਤਪੱਸਿਆ ਹੈ, ਜਿਹੜਾ ਮੈਂ ਰੱਬ ਦਾ ਨਾਮ ਲੈਂਦਾ, ਬੰਦਗੀ ਕਰਦਾ, ਮੇਰਾ ਤੇ ਉਹੀ ਰਾਜ ਹੈ। ਮੈਂ ਤੇਰੇ ਰਾਜ ਨੂੰ ਕੀ ਕਰਨਾ ਹੈ। ਤੁਮ ਹੀ ਰਾਖੋ ਸੈਨ ਸਮਾਜ। ਇਸ ਕਰਕੇ ਤੁਸੀਂ ਆਪਣੀ ਫੌਜ ਤੇ ਆਪਣਾ ਸਾਰਾ ਜਿਹੜਾ ਸਾਜੋ ਸਮਾਨ ਹੈ ਆਪਣੇ ਕੋਲ ਰੱਖਣਾ ਕਰੋ। ਇਹ ਸੁਤ ਤੁਮਰੋ ਐਸੋ ਭਇਓ। ਇਹ ਜਿਹੜਾ ਤੇਰੇ ਘਰੇ ਪੁੱਤਰ ਹੋਇਆ ਨਾ, ਹੁਣ ਚੰਦਰਕ ਰਿਖੀ ਫਿਰ ਗੱਲ ਕਰਨ ਲੱਗਾ, ਕਹਿਣ ਲੱਗਾ ਵੀ ਰਾਜਨ ਮੇਰੇ ਵਰ ਦੇ ਨਾਲ ਜਿਹੜਾ ਤੇਰੇ ਘਰ ਪੁੱਤਰ ਪੈਦਾ ਹੋਇਆ ਹੈ, ਬਿਦਤ ਹੈ ਸਕਲ ਜਗਤ ਜਸ ਲਹਿਓ। ਇਹ ਸਾਰੀ ਦੁਨੀਆ ਵਿੱਚ ਪ੍ਰਗਟ ਹੋਵੇਗਾ। ਦੁਨੀਆ ਦੂਰ ਦੂਰ ਤੱਕ ਇਹਦਾ ਨਾਮ ਜਾਣੇਗੀ, ਇਹਦਾ ਨਾਮ ਦੁਨੀਆ ਵਿੱਚ ਪ੍ਰਗਟ ਹੋਵੇਗਾ। ਇਹ ਮੈਂ ਵਰ ਦਿੰਦਾ ਹਾਂ। ਜਗਤ ਵਿਖੈ ਇਸਕੇ ਸੰਭੂਪ। ਦੁਨੀਆ ਦੇ ਵਿੱਚ ਇਹਦੇ ਵਰਗਾ ਰਾਜਾ ਕੋਈ ਨਹੀਂ ਹੋਵੇਗਾ। ਜਿੰਨਾ ਚਿਰ ਇਹ ਸਰੀਰ ਕਰਕੇ ਦੁਨੀਆ ਵਿੱਚ ਰਹੇਗਾ ਨਾ, ਇਹਦੇ ਮੁਕਾਬਲੇ ਦਾ ਦੂਜਾ ਰਾਜਾ ਇਸ ਦੁਨੀਆ ਵਿੱਚ ਨਹੀਂ ਹੋਏਗਾ। ਨਹੀਂ ਹੋਏ ਹੈ ਮਹਿਦ ਅਨੂਪ। ਇਹਦੇ ਵਰਗਾ ਵੱਡਾ, ਇਹਦੇ ਵਰਗਾ ਬਲਸ਼ਾਲੀ, ਤਾਕਤ ਵਾਲਾ ਰਾਜਾ ਕੋਈ ਦੂਜਾ ਨਹੀਂ ਹੈ। ਸਭ ਰਾਜਨ ਕੋ ਰਾਜਾ ਹੋਏ। ਇਹ ਵੱਡੇ ਵੱਡੇ ਰਾਜਿਆਂ ਦਾ ਰਾਜਾ ਹੋਵੇਗਾ। ਜਾਂ ਕੀ ਸੰਸਰ ਕਰੇ ਨ ਕੋਈ। ਇਸ ਕਰਕੇ ਇਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਇਹਦੀ ਬਰਾਬਰੀ ਕੋਈ ਕਰ ਨਹੀਂ ਸਕਦਾ। ਇਹ ਇੰਨਾ ਬਲ ਵਾਲਾ ਹੋਵੇਗਾ। ਜਦੋਂ ਭਗਵਾਨ ਕ੍ਰਿਸ਼ਨ ਜੀ ਇਹਦੇ ਦੇਸ਼ ਗਏ ਸਨ, ਆਪਣਾ ਭੇਸ ਵਟਾ ਕੇ ਗਏ ਸਨ, ਨਾਲ ਲੈ ਕੇ ਗਏ ਅਰਜਨ ਨੂੰ, ਨਾਲ ਲੈ ਕੇ ਗਏ ਭੀਮ ਸੈਨ ਨੂੰ।
ਤੇ ਜਦੋਂ ਰਾਜੇ ਦੇ ਨਾਲ ਗੱਲ ਕੀਤੀ ਨਾ ਵੀ ਸਾਡੇ ਨਾਲ ਕੁਸ਼ਤੀ ਕਰ, ਸਾਡੇ ਨਾਲ ਜੰਗ ਕਰ, ਇਹ ਇੰਨਾ ਬਲ ਵਾਲਾ ਰਾਜਾ ਸੀ, ਇਹਨੇ ਆਖਿਆ ਵੀ ਦੱਸੋ ਕਿਹਦੇ ਨਾਲ ਜੰਗ ਕਰਾਂ, ਤੇ ਤਿੰਨੇ ਜਾਣੇ ਸਾਹਮਣੇ ਖੜ ਗਏ, ਜਿਹਦੇ ਨਾਲ ਮਰਜ਼ੀ ਕਰ ਲਾ। ਤੇ ਰਾਜੇ ਨੇ ਜਵਾਬ ਦਿੱਤਾ ਸੀ, ਕਹਿਣ ਲੱਗਾ ਮੈਂ ਅਰਜਨ ਨਾਲ ਜੰਗ ਨਹੀਂ ਕਰਾਂਗਾ। ਕਿਉਂ ਨਹੀਂ ਕਰਾਂਗਾ? ਇਹਦਾ ਕੰਮ ਹੈ ਦੂਰੋਂ ਖਲੋ ਕੇ ਤੀਰ ਚਲਾਉਣੇ, ਇਹ ਤੇ ਦੂਰੋਂ ਖੜ ਕੇ ਤੀਰ ਮਾਰਦਾ, ਇਹਦੀਆਂ ਬਾਹਾਂ ਵਿੱਚ ਇੰਨਾ ਬਲ ਨਹੀਂ ਕਿ ਇਹ ਮੇਰੇ ਜ਼ੋਰ ਦਾ ਮੁਕਾਬਲਾ ਕਰੇ, ਮੇਰੇ ਅੱਗੇ ਬੱਚਾ ਹੈ, ਮੈਂ ਇਹਦੇ ਨਾਲ ਜੰਗ ਨਹੀਂ ਕਰਾਂਗਾ। ਦੂਜਾ ਨੰਬਰ ਆਇਆ ਭਗਵਾਨ ਕ੍ਰਿਸ਼ਨ ਜੀਆਂ ਦਾ, ਕਹਿਣ ਲੱਗਾ ਮੈਂ ਇਹਦੇ ਨਾਲ ਵੀ ਜੰਗ ਨਹੀਂ ਕਰਾਂਗਾ। ਕਿਉਂ ਨਹੀਂ ਕਰਾਂਗਾ? ਕਹਿਣ ਲੱਗੇ ਇਹਦੀ ਬਾਲਕਾਂ ਵਾਲੀ ਬੱਚਿਆਂ ਵਾਲੀ ਹਾਲੇ ਉਮਰਾ ਹੈ, ਇਹਦੇ ਦਾੜੀ ਨਹੀਂ ਆਈ ਹੈ, ਇਹ ਛੋਟਾ ਹੈ, ਮੇਰੇ ਮੁਕਾਬਲੇ ਦਾ ਨਹੀਂ, ਮੈਂ ਇਹਦੇ ਨਾਲ ਵੀ ਜੰਗ ਨਹੀਂ ਕਰਾਂਗਾ। ਕਿਹਦੇ ਨਾਲ ਕਰਾਂਗਾ? ਮੈਂ ਜੰਗ ਕਰਾਂਗਾ ਭੀਮ ਸੈਨ ਦੇ ਨਾਲ। ਇਤਿਹਾਸਕਾਰ ਕਹਿੰਦੇ ਵੀ 1000 ਹਾਥੀ ਦਾ ਬਲ ਉਹਦੇ ਸਰੀਰ ਵਿੱਚ ਮੰਨਿਆ ਜਾਂਦਾ ਸੀ। ਇੱਕ ਮੁੱਕੀ ਮਾਰ ਕੇ ਤੇ ਕੰਧ ਤੋੜ ਦੇਣ ਦੀ ਤਾਕਤ ਰੱਖਦਾ ਆਪਣੇ ਕੋਲ। ਕਹਿਣ ਲੱਗਾ ਜੇ ਜੰਗ ਕਰਾਂਗਾ ਤੇ ਮੈਂ ਇਹਦੇ ਨਾਲ ਕਰਾਂਗਾ। ਇੰਨਾ ਉਹ ਬਲ ਵਾਲਾ ਰਾਜਾ, ਇੰਨੀ ਤਾਕਤ ਸੀ ਉਹਦੇ ਵਿੱਚ ਵੀ ਉਸਨੇ ਸਮੇਂ ਦੇ ਅਵਤਾਰ ਨੂੰ ਵੀ ਆਖਿਆ ਸੀ ਵੀ ਤੂੰ ਮੇਰੇ ਮੁਕਾਬਲੇ ਦਾ ਨਹੀਂ ਹੈ। ਸੋ ਇੱਥੇ ਬਚਨ ਆ ਗਿਆ, ਕਹਿਣ ਲੱਗੇ ਵੀ ਉਹ ਰਿਖੀ ਨੇ ਵਰ ਦਿੱਤਾ ਸੀ ਵੀ ਇਹਦੇ ਵਰਗਾ ਰਾਜਾ ਦੁਨੀਆ ਤੇ ਕੋਈ ਨਹੀਂ ਹੋਵੇਗਾ, ਇੰਨਾ ਇਹਦੇ ਵਿੱਚ ਬਲ ਹੋਵੇਗਾ। ਸੁਰ ਅਸੁਰਨ ਕੋ ਜੀਤਾ ਜੁੱਧ, ਇਹਦੇ ਅੱਗੇ ਨਾ ਦੇਵਤੇ ਟਿਕਣਗੇ ਤੇ ਨਾ ਦੈਂਤ ਟਿਕਣਗੇ। ਇੰਦਰ ਵਰਗਿਆਂ ਨੂੰ ਧੌਣੋਂ ਫੜ ਕੇ ਥੱਲੇ ਲੈ ਆਵੇਗਾ, ਵੱਡੇ ਵੱਡੇ ਦੈਂਤ ਵੀ ਇਹਦਾ ਪਾਣੀ ਭਰਨਗੇ, ਇੰਨਾ ਬਲ ਇਸ ਵਿੱਚ ਹੋਵੇਗਾ। ਕਰੈ ਪ੍ਰਜਾ ਕੀ ਰੱਛਾ ਸੁਧ, ਇਹ ਆਪਣੀ ਪ੍ਰਜਾ ਦੀ ਰੱਖਿਆ ਕਰੇਗਾ। ਜੋ ਨਰਿੰਦ ਇਸ ਪਰ ਚੜ ਜਾਵੇ, ਜਿਹੜਾ ਰਾਜਾ ਇਹਦੇ ਉੱਪਰ ਚੜ ਕੇ ਆਵੇਗਾ, ਭੁਜ ਬਲ ਤੇ ਤੈ ਹਤੈ ਪਲਾਵੇ, ਉਹ ਇਹਨੂੰ ਜਿੱਤ ਕੇ ਨਹੀਂ ਜਾਏਗਾ। ਰਿਖੀ ਦਾ ਵਰ ਸੀ ਵੀ ਜਿਹੜਾ ਰਾਜਾ ਫੌਜ ਲੈ ਕੇ ਇਹਦੇ ਤੇ ਚੜੇਗਾ ਨਾ, ਉਹ ਜਿੱਤ ਕੇ ਨਹੀਂ ਜਾਏਗਾ, ਉਹ ਹਾਰ ਕੇ ਜਾਏਗਾ ਜਾਂ ਮੌਤ ਨੂੰ ਪ੍ਰਾਪਤ ਹੋਵੇਗਾ। ਇਸ ਕਰਕੇ ਭਗਵਾਨ ਕ੍ਰਿਸ਼ਨ ਜੀ ਜਦੋਂ ਇਹਨੂੰ ਮਾਰਨ ਵਾਸਤੇ ਗਏ ਸਨ ਤੇ ਫੌਜ ਲੈ ਕੇ ਨਹੀਂ ਸਨ ਨਾਲ ਗਏ। ਉਹਨਾਂ ਨੂੰ ਪਤਾ ਸੀ ਵੀ ਰਿਖੀ ਦਾ ਵਰ ਹੈ ਵੀ ਮੈਂ ਫੌਜਾਂ ਦੇ ਨਾਲ ਨਹੀਂ ਜਿੱਤ ਸਕਦਾ, ਕੇਵਲ ਆਪਣਾ ਲਿਬਾਸ ਬਦਲ ਕੇ ਗਏ ਸਨ। ਇਹ ਚੰਦਰਕ ਰਿਖੀ ਨੇ ਵਰ ਦਿੱਤਾ ਵੀ ਜਿਹੜਾ ਵੀ ਰਾਜਾ ਇਹਦੇ ਤੇ ਚੜ੍ਹ ਕੇ ਆਵੇਗਾ ਨਾ, ਜਾਂ ਤੇ ਮੌਤ ਨੂੰ ਪ੍ਰਾਪਤ ਹੋਵੇਗਾ ਜਾਂ ਹਾਰ ਖਾ ਕੇ ਭੱਜ ਜਾਏਗਾ। ਨਿਪ ਤਪਸੀ ਤੇ ਸੁਣ ਕਰ ਗਾਥਾ, ਕਹਿਣ ਲੱਗੇ ਵੀ ਇਸ ਤਰ੍ਹਾਂ ਰਾਜੇ ਨੇ ਜਦੋਂ ਸੁਣਿਆ ਨਾ ਉਸ ਚੰਦਰਕ ਰਿਖੀ ਦੇ ਕੋਲੋਂ ਵਰ ਵਾਲੇ ਬਖਸ਼ਿਸ਼ ਵਾਲੇ ਬਚਨ ਸੁਣ ਕੇ, ਸੁਤ ਗੁਣ ਤੇ ਵਿਸਾਲ ਸੁਖ ਤੇ ਸਾਥਾ, ਉਸ ਵੇਲੇ ਬੜਾ ਰਾਜਾ ਖੁਸ਼ ਹੋਇਆ ਵੀ ਮੇਰੇ ਪੁੱਤਰ ਦੇ ਵਿੱਚ ਤੇ ਬੜੇ ਜ਼ਿਆਦੇ ਗੁਣ ਹਨ। ਰਾਜ ਤਿਲਕ ਅਭਿਭੇਖਨ ਕੀਨਾ, ਉਸ ਵੇਲੇ ਰਾਜੇ ਨੇ ਆਪਣੇ ਪੁੱਤਰ ਨੂੰ, ਜਿਹੜਾ ਬ੍ਰਹਿਰਥ ਰਾਜਾ ਸੀ ਨਾ, ਬ੍ਰਹਿਦਰਥ, ਇਸ ਰਾਜੇ ਨੇ ਆਪਣੇ ਪੁੱਤਰ ਜਰਾਸਿੰਧ ਨੂੰ ਰਾਜ ਭਾਗ ਦੇ ਦਿੱਤਾ, ਤਖਤ ਤੇ ਬਿਠਾ ਦਿੱਤਾ ਵੀ ਮੇਰੇ ਪੁੱਤਰ ਵਿੱਚ ਤੇ ਬਾਲੀ ਬੜਾ ਹੈ, ਕਿਸੇ ਤੋਂ ਜਿੱਤਿਆ ਨਹੀਂ ਜਾਣਾ, ਇਹਨੂੰ ਇੰਨੇ ਵਰ ਮਿਲੇ ਨੇ। ਆਪਣੇ ਪੁੱਤਰ ਨੂੰ ਤਖਤ ਤੇ ਬਿਠਾਇਆ ਹੈ। ਆਪ ਪੰਥ ਕਾਨਨ ਕੋਲੀਨਾ, ਤੇ ਰਾਜਾ ਆਪ ਜੰਗਲਾਂ ਨੂੰ ਚਲੇ ਗਿਆ। ਉਹਨਾਂ ਸਮਿਆਂ ਦੇ ਵਿੱਚ ਗੁਰਮੁਖੋ ਲੋਕਾਂ ਨੇ ਉਮਰਾਂ ਵੰਡੀ ਹੁੰਦੀ ਸੀ। ਬਚਪਨ ਦੇ ਵਿੱਚ ਇਹ ਕੰਮ ਕਰਨਾ, ਜਵਾਨੀ ਵਿੱਚ ਪਰਿਵਾਰ ਵਾਲੇ, ਤੇ ਜਦੋਂ ਬੁੱਢੇ ਹੋ ਜਾਂਦੇ ਸਨ ਫਿਰ ਜੰਗਲ ਨੂੰ ਚਲੇ ਜਾਂਦੇ, ਤਪ ਕਰਦੇ, ਬੰਦਗੀ ਕਰਦੇ, ਕਿਉਂਕਿ ਉਹਨਾਂ ਸਮਿਆਂ ਵਿੱਚ ਉਮਰਾਂ ਬੜੀ ਲੰਮੀ ਲੰਮੀ ਸੀ। 10,000 ਸਾਲ ਦੀ ਉਮਰਾਂ ਕਿਤੇ ਐਵੇਂ ਮੁੱਕ ਚੱਲੀ ਹੈ। ਰਾਜੇ ਕੀ ਕਰਦੇ ਸਨ ਵੀ ਆਪਣਾ ਰਾਜ ਪੁੱਤਰਾਂ ਨੂੰ ਦੇ ਕੇ ਫਿਰ ਆਪ ਜੰਗਲ ਵਿੱਚ ਚਲੇ ਜਾਂਦੇ ਵੀ ਹੁਣ ਅਗਲਾ ਸਮਾਂ ਆ ਗਿਆ, ਹੁਣ ਬੁੱਢੇ ਹੋ ਗਏ ਆ, ਵਡੇਰੇ ਹੋ ਗਏ ਆ, ਦੁਨੀਆ ਛੱਡ ਕੇ ਜਾਣੀ ਹੈ, ਹੁਣ ਆਪਣੇ ਵਾਸਤੇ ਬੰਦਗੀ ਕਰ ਲਈਏ। ਉਹ ਬੁੱਢੇ ਬਾਰੇ ਰਾਜ ਛੱਡ ਜਾਂਦੇ ਸਨ, ਬੰਦਗੀ ਕਰਕੇ ਵੀ ਸਫਲਾ ਕਰ ਲਈਏ। ਤੇ ਅੱਜ ਦੇ ਜਿਹੜੇ ਰਾਜੇ ਨੇ ਉਹ ਬੁੱਢੇ ਬਾਰੇ ਸਗੋਂ ਤਖਤ ਤੇ ਆ ਕੇ ਬਹਿੰਦੇ ਨੇ ਵੀ ਜੇ ਪਾਪ ਕੋਈ ਰਹਿ ਗਿਆ ਨਾ ਕਰਨ ਵਾਲਾ ਤੇ ਉਹ ਵੀ ਕਰ ਲਈਏ। ਜੇ ਜਮਾਂ ਦੀ ਮਾਰ ਥੋੜੀ ਪੈਣੀ ਹੈ ਤੇ ਜ਼ਿਆਦਾ ਹੀ ਪਵੇ। ਅੱਜ ਕੱਲ੍ਹ ਦੇ ਮੰਤਰੀ ਨੂੰ ਕੁਰਸੀ ਤੋਂ ਚੁੱਕ ਕੇ ਲਾਉਣਾ ਪੈਂਦਾ, ਗੋਡੇ ਮੋਢੇ ਕੰਮ ਨਹੀਂ ਕਰਦੇ, ਲੱਤਾਂ ਬਾਹਾਂ ਕੰਮ ਨਹੀਂ ਕਰਦੀਆਂ, ਮਰਨ ਨੂੰ ਬਿਲਕੁਲ ਤਿਆਰ ਹੈ, ਪਰ ਕੁਰਸੀ ਦਾ ਮੋਹ ਇੰਨਾ ਵੀ ਛੱਡਣ ਵਾਸਤੇ ਤਿਆਰ ਨਹੀਂ। ਰਾਜੇ ਦੀ ਕੁਰਸੀ ਤੇ ਬੜੀ ਵੱਡੀ ਹੈ, ਕੁਰਸੀਆਂ ਤੇ ਨਿੱਕੀਆਂ ਮੋਟੀਆਂ ਛੱਡਣੀਆਂ ਬੜੀਆਂ ਔਖੀਆਂ ਨੇ। ਉਹਨਾਂ ਸਮਿਆਂ ਦਾ ਅਸੂਲ ਸੀ ਵੀ ਰਾਜੇ ਜਦੋਂ ਬੰਦਗੀ ਕਰਦੇ ਸਨ ਆਪਣੇ ਪੁੱਤਰਾਂ ਨੂੰ ਰਾਜ ਦੇ ਕੇ ਆਪ ਜੰਗਲ ਵਿੱਚ ਚਲੇ ਜਾਂਦੇ ਵੀ ਥੋੜਾ ਸਮਾਂ ਰਹਿ ਗਿਆ, ਸਫਲੇ ਹੋ ਜਾਈਏ, ਮੈਂ ਵੀ ਜਾ ਕੇ ਰੱਬ ਨੂੰ ਲੇਖਾ ਦੇਣਾ। ਪਰ ਅੱਜ ਸਮਾਂ ਉਲਟਾ ਹੈ, ਬੰਦਾ ਦੁਨੀਆ ਦੇ ਤਮਾਮ ਪਾਪ ਕਰਕੇ ਆਖਦਾ ਵੀ ਹੁਣ ਮੇਰਾ ਤਖਤ ਤੇ ਬੈਠਣ ਦਾ ਸਮਾਂ ਆ ਗਿਆ। ਇਧਰੋਂ ਮੌਤ ਦਾ ਸਮਾਂ ਨੇੜੇ ਆ, ਉਧਰੋਂ ਗੱਦੀ ਛੱਡਣ ਨੂੰ ਜੀ ਨਹੀਂ ਕਰਦਾ, ਗੱਦੀ ਤੇ ਬੈਠਿਆਂ ਬਿਠਾਇਆ ਮਰ ਜਾਂਦਾ, ਚਲੇ ਜਾਂਦਾ। ਇਹ ਕਲਯੁਗ ਦਾ ਸਮਾਂ ਹੈ। ਪਰ ਕਹਿਣ ਲੱਗੇ ਉਹ ਦੁਆਪਰ ਦਾ ਸਮਾਂ ਸੀ,
ਇਸ ਕਰਕੇ ਉਹ ਰਾਜਾ ਜਿਹੜਾ ਨਾ ਰਾਜ ਦੇ ਕੇ ਆਪਣੇ ਪੁੱਤਰ ਨੂੰ ਤੇ ਆਪ ਜੰਗਲ ਨੂੰ ਚਲਾ ਗਿਆ ਹੈ। ਸੁਤ ਕੋ ਕਹਿ ਸਿੱਖਿਆ ਦੇ ਘਨੀ, ਆਪਣੇ ਪੁੱਤਰ ਨੂੰ ਬੜੀ ਸਿੱਖਿਆ ਦਿੱਤੀ। ਰਾਜਾ ਜਦੋਂ ਜੰਗਲ ਨੂੰ ਜਾਣ ਲੱਗਾ ਤੇ ਆਪਣੇ ਪੁੱਤਰ ਨੂੰ ਬੜਾ ਸਮਝਾ ਕੇ ਗਿਆ ਵੀ ਪੁੱਤਰ ਇਸ ਤਰ੍ਹਾਂ ਰਾਜ ਕਰਨਾ, ਇਸ ਤਰ੍ਹਾਂ ਰਾਜ ਕਰਨਾ, ਸਾਰੀਆਂ ਗੱਲਾਂ ਸਮਝਾ ਕੇ। ਜੁਗਦਾਰਾ ਲੇਕਰ ਭਾਵਨੀ, ਕਹਿਣ ਲੱਗੇ ਵੀ ਆਪਣੀਆਂ ਦੋਵੇਂ ਇਸਤਰੀਆਂ ਜਿਹੜੀਆਂ ਨਾਲ ਲੈ ਕੇ ਬਨ ਮੈਂ ਗਮਨਿਓ ਤਪਸੀ ਸੰਗ। ਰਾਜਾ ਆਪ ਚਲਾ ਗਿਆ ਜੰਗਲ ਵਿੱਚ, ਰਾਣੀਆਂ ਵੀ ਨਾਲ ਲੈ ਗਿਆ ਤੇ ਜਾ ਕੇ ਜੰਗਲ ਵਿੱਚ ਤਪ ਕਰਦੇ ਹਨ। ਕੀਨਸ ਤਪ ਮਨ ਸੈਲ ਉਤੰਗ, ਕਹਿਣ ਲੱਗੇ ਵੀ ਉੱਚੇ ਪਹਾੜ ਤੇ ਚੜ ਕੇ ਇਹਨਾਂ ਤਿੰਨਾਂ ਜਾਣਿਆਂ ਨੇ ਬੜਾ ਤਪ ਕੀਤਾ ਹੈ। ਜਰਾ ਸੰਧ ਨਿਜ ਪਿਤ ਕੇ ਪਾਛੇ, ਜਦੋਂ ਜਰਾਸੰਧ ਨੂੰ ਪਤਾ ਲੱਗਾ ਵੀ ਮੇਰਾ ਪਿਤਾ ਤੇ ਚਲਾ ਗਿਆ, ਪਹਾੜਾਂ ਦੇ ਉੱਪਰ ਬੈਠ ਗਿਆ, ਤਪ ਕਰਦਾ ਪਿਆ, ਤੇ ਉਸ ਤੋਂ ਮਗਰੋਂ ਫਿਰ ਤਖਤ ਦੇ ਉੱਪਰ ਬੈਠ ਕੇ ਚਤੁਰੰਗਨ ਕਰ ਤੁਜਨੀ ਆਛੇ। ਕਹਿਣ ਲੱਗੇ ਵੀ ਚਤੁਰੰਗਨ ਕਰ, 4 ਤਰ੍ਹਾਂ ਦੀ ਫੌਜ ਇਸਨੇ ਫਿਰ ਇਕੱਠੀ ਕੀਤੀ ਹੈ। 4 ਤਰ੍ਹਾਂ ਦੀ ਫੌਜ, ਪੈਦਲ ਚੱਲਣ ਵਾਲੇ ਸਿਪਾਹੀਆਂ ਦੀ ਵੱਖਰੀ ਫੌਜ ਵੱਡੀ ਬਣਾਈ। ਦੂਜੇ ਨੰਬਰ ਤੇ ਜਿਹੜੇ ਘੋੜਿਆਂ ਤੇ ਚੜ੍ਹਨ ਵਾਲੇ ਸਨ ਉਹਨਾਂ ਵਾਸਤੇ ਘੋੜਿਆਂ ਦੀ ਖਰੀਦ ਕੀਤੀ ਗਈ ਤੇ ਘੋੜਸਵਾਰਾਂ ਦੀ ਫੌਜ ਬਣਾਈ। ਤੀਜੇ ਨੰਬਰ ਤੇ ਹਾਥੀਆਂ ਦੀ ਫੌਜ ਇਕੱਠੀ ਕੀਤੀ ਗਈ ਤੇ ਚੌਥੇ ਨੰਬਰ ਤੇ ਰਥਾਂ ਤੇ ਚੜ੍ਹ ਕੇ ਚੱਲਣ ਵਾਲੇ ਜਿਹੜੇ ਸੂਰਮੇ ਸਨ। ਇਸ ਤਰ੍ਹਾਂ 4 ਤਰ੍ਹਾਂ ਦੀ ਫੌਜ ਜਿਹੜੀ ਹੈ ਨਾ ਇਸ ਜਰਾਸੰਧ ਰਾਜੇ ਨੇ ਬਣਾਈ ਹੈ। ਜੋ ਨਿਰਪ ਤਿਸ ਕੀ ਆਗਿਆ ਮੂਰੈ, ਤੇ ਇੰਨਾ ਵੱਡਾ ਬਣ ਗਿਆ ਬਲ ਦੇ ਵਿੱਚ, ਫੌਜ ਦੇ ਵਿੱਚ, ਤਾਕਤ ਦੇ ਵਿੱਚ ਵੀ ਜਿਹੜਾ ਵੀ ਰਾਜਾ ਇਹਦੀ ਆਗਿਆ ਨਹੀਂ ਮੰਨਦਾ ਹੈ। ਸੰਗਰ ਕਰ ਰਿਪ ਕੋ ਸਿਰ ਫੋਰੈ, ਤੇ ਇਹ ਕੀ ਕਰਦਾ ਵੀ ਜੰਗ ਕਰਕੇ ਦੁਸ਼ਮਣਾਂ ਦੇ ਸਿਰ ਪਾੜ ਦਿੰਦਾ ਹੈ। ਕਿਸ ਕੋ ਕਾਰ ਗਹਿ ਮੈਂ ਡਾਰੇ, ਕਿਸੇ ਰਾਜੇ ਨੂੰ ਫੜ ਕੇ ਜੇਲ੍ਹ ਵਿੱਚ ਸੁੱਟ ਦਿੰਦਾ ਹੈ। ਕਿਸੈ ਨਿਕਾਸੈ ਸ਼ੀਨੈ ਸਾਰੇ, ਤੇ ਕਿਸੇ ਦਾ ਰਾਜ ਖੋਹ ਕੇ ਤੇ ਉਹਨੂੰ ਬੰਗਾਲਾ ਕਰਕੇ, ਭਿਖਾਰੀ ਬਣਾ ਕੇ, ਕੰਗਾਲ ਕਰਕੇ ਤੇ ਬਾਹਰ ਕੱਢ ਦਿੰਦਾ ਹੈ। ਭਲੀ ਭਾਂਤ ਨਿਜ ਰਾਜ ਕਹਿਣ ਵਧਾਵਾ, ਲੱਗੇ ਵੀ ਇਸ ਰਾਜੇ ਨੇ ਨਾ ਬੜਾ ਵੱਡਾ ਰਾਜ ਵਧਾਇਆ। ਜਰਾਸੰਧ ਨੇ ਬਹੁਤ ਵੱਡਾ ਆਪਣਾ ਰਾਜ ਬਣਾ ਲਿਆ ਹੈ। ਸਭ ਪਰ ਆਪਣਾ ਹੁਕਮ ਟਿਕਾਵਾ, ਸਾਰਿਆਂ ਦੇ ਉੱਪਰ ਇਸ ਰਾਜੇ ਦਾ ਹੁਕਮ ਚੱਲਦਾ। ਇੰਨਾ ਵੱਡਾ ਇਹ ਬਲ ਵਾਲਾ, ਤਾਕਤ ਵਾਲਾ ਹੈ। ਦੋਹਰਾ ਭਏ ਕ੍ਰਿਸ਼ਨ ਅਵਤਾਰ ਪ੍ਰਭ ਮਹਾਵੀਰ ਬਲਵਾਨ। ਕਵੀ ਸੰਤੋਖ ਸਿੰਘ ਜੀ ਦੱਸਦੇ ਪਏ ਨੇ, ਕਹਿਣ ਲੱਗੇ ਵੀ ਜਦੋਂ ਇਹ ਰਾਜੇ ਦਾ ਰਾਜ ਬੜਾ ਵੱਧ ਗਿਆ ਨਾ, ਉਸ ਸਮੇਂ ਦੇ ਵਿੱਚ ਭਗਵਾਨ ਕ੍ਰਿਸ਼ਨ ਜੀਆਂ ਦਾ ਅਵਤਾਰ ਹੋਇਆ ਸੀ। ਇਹ ਦੁਆਪਰ ਯੁੱਗ ਦੀ ਕਥਾ ਹੈ। ਕਹਿਣ ਲੱਗੇ ਵੀ ਇਧਰੋਂ ਭਗਵਾਨ ਕ੍ਰਿਸ਼ਨ ਜੀ ਦੁਨੀਆ ਤੇ ਅਵਤਾਰ ਲੈ ਕੇ ਆਏ ਜਿਹੜੇ ਬਹੁਤ ਜ਼ਿਆਦੇ ਬਲ ਵਾਲੇ ਹਨ। ਜਨਮ ਭਇਓ ਮਥੁਰਾ ਵਿਖੇ ਬਿਦਤੇ ਗੋਕਲ ਥਾਨ, ਇਹਨਾਂ ਦਾ ਜਨਮ ਹੋਇਆ ਸੀ ਮਥੁਰਾ ਦੇ ਵਿੱਚ। ਭਗਵਾਨ ਕ੍ਰਿਸ਼ਨ ਜੀ ਜਨਮ ਜਿਹੜਾ ਹੈ ਨਾ ਮਥੁਰਾ ਵਿੱਚ ਹੋਇਆ, ਕਿਉਂਕਿ ਭਗਵਾਨ ਕ੍ਰਿਸ਼ਨ ਦੇ ਮਾਮਾ ਜੀਆਂ ਦੀ ਸ਼ਰਤ ਸੀ ਵੀ ਜਿਹੜਾ ਵੀ ਬੱਚਾ ਪੈਦਾ ਹੋਵੇ ਮੇਰੀ ਭੈਣ ਦੇ ਘਰ, ਉਹ ਮੇਰੇ ਘਰ ਵਿੱਚ ਪੈਦਾ ਹੋਵੇ। ਕਿਉਂਕਿ ਜਦੋਂ ਕੰਸ ਦੀ ਭੈਣ ਦਾ ਵਿਆਹ ਹੋਇਆ ਸੀ ਨਾ, ਤੇ ਉਸ ਵੇਲੇ ਆਕਾਸ਼ ਦੇ ਵਿੱਚੋਂ ਆਵਾਜ਼ ਸੁਣਾਈ ਦਿੱਤੀ ਸੀ ਵੀ ਜਿਹੜਾ ਤੇਰਾ ਭਾਣਜਾ ਪੈਦਾ ਹੋਵੇਗਾ ਉਹ ਤੇਰੀ ਮੌਤ ਦਾ ਕਾਰਨ ਬਣੇਗਾ। ਹੁਣ ਮੌਤ ਦਾ ਡਰ ਸਾਰਿਆਂ ਨੂੰ ਹੈ, ਭਾਵੇਂ ਭਾਣਜਾ ਹੀ ਕਿਉਂ ਨਾ ਹੋਵੇ। ਤੇ ਉਸ ਵੇਲੇ ਹੁਣ ਕੰਸ ਮਾਰਨਾ ਚਾਹੁੰਦਾ ਆਪਣੀ ਭੈਣ ਨੂੰ, ਵੀ ਭੈਣ ਹੀ ਮਾਰਦਿਆਂ ਨਾ ਭਾਣਜਾ ਪੈਦਾ ਹੋਵੇ ਨਾ ਮੇਰੀ ਮੌਤ ਆਵੇ। ਤੇ ਜਦੋਂ ਆਪਣੀ ਭੈਣ ਨੂੰ ਮਾਰਨ ਲੱਗਾ ਤੇ ਉਸ ਵੇਲੇ ਜਿਹੜਾ ਇਹਦਾ ਜਵਾਈ ਸੀ ਉਸਨੇ ਆਖਿਆ ਵੀ ਤੂੰ ਮਾਰ ਨਾ, ਪਰ ਜਦੋਂ ਬੱਚਾ ਜਨਮ ਆਉਣ ਦਾ ਸਮਾਂ ਹੋਵੇਗਾ ਅਸੀਂ ਤੇਰੇ ਕੋਲ ਆ ਜਾ ਕਰਾਂਗੇ ਤੇ ਬੱਚਾ ਜੰਮਦਿਆਂ ਨਾਲ ਹੀ ਤੈਨੂੰ ਦੇ ਦਿਆ ਕਰਾਂਗੇ, ਤੂੰ ਜੋ ਮਰਜ਼ੀ ਕਰੀ ਪਰ ਸਾਨੂੰ ਨਾ ਮਾਰ। ਕਹਿਣ ਲੱਗੇ ਇਸੇ ਤਰ੍ਹਾਂ ਜਦੋਂ ਬਾਲਕ ਦੇ ਜਨਮ ਹੋਣ ਦਾ ਸਮਾਂ ਹੋਣਾ, ਇਹਨੇ ਕੈਦ ਕਰ ਲੈਣਾ ਆਪਣੀ ਭੈਣ ਨੂੰ ਤੇ ਪ੍ਰਾਹੁਣੇ ਨੂੰ, ਦੋਨਾਂ ਜਾਣਿਆਂ ਨੂੰ ਬਿਠਾ ਲੈਣਾ ਜੇਲ੍ਹ ਦੇ ਵਿੱਚ। ਜਦੋਂ ਬੱਚੇ ਦਾ ਜਨਮ ਹੋਣਾ, ਜਨਮ ਹੁੰਦਿਆਂ ਹੀ ਉਸ ਨੂੰ ਮਾਰ ਦੇਣਾ। ਇੱਕ ਨਹੀਂ ਕਈ ਭਾਣਜੇ ਆਪਣੇ ਕਤਲ ਕੀਤੇ, ਪਰ ਜਦੋਂ ਭਗਵਾਨ ਕ੍ਰਿਸ਼ਨ ਜੀਆਂ ਦਾ ਅਵਤਾਰ ਹੋਇਆ, ਕਹਿਣ ਲੱਗੇ ਜਨਮ ਲੈਂਦਿਆਂ ਨਾਲ ਹੀ ਜਿੰਨੇ ਸਿਪਾਹੀ ਸਨ ਜੇਲ੍ਹ ਦੇ ਸਾਰੇ ਸੌਂ ਗਏ। ਪਤਾ ਨਹੀਂ ਲੱਗਾ ਕੀ ਹੋਇਆ। ਤੇ ਭਗਵਾਨ ਕ੍ਰਿਸ਼ਨ ਜੀਆਂ ਦੇ ਪਿਤਾ ਜੀ ਇਹਨਾਂ ਨੂੰ ਇੱਕ ਟੋਕਰੀ ਵਿੱਚ ਪਾ ਕੇ ਤੇ ਜਮਨਾ ਪਾਰ ਕਰਕੇ ਤੇ ਦੂਜੇ ਇਲਾਕੇ ਦੇ ਵਿੱਚ, ਜਿਸ ਨੂੰ ਗੋਕਲ ਕਿਹਾ ਜਾਂਦਾ, ਗੋਕਲ ਵਿੱਚ ਰਾਤੋਂ ਰਾਤ ਛੱਡ ਕੇ ਆ ਗਏ ਸਨ। ਤੇ ਉਥੋਂ ਕਿਸੇ ਦੇ ਘਰ ਪੈਦਾ ਹੋਈ ਲੜਕੀ ਚੁੱਕ ਕੇ ਤੇ ਆਪਣੇ ਜੇਲ੍ਹ ਦੇ ਵਿੱਚ ਵਾਪਸ ਲੈ ਆਏ। ਆ ਕੇ ਦੱਸਿਆ ਵੀ ਪੁੱਤਰ ਨਹੀਂ ਧੀ ਪੈਦਾ ਹੋਈ ਹੈ। ਤੇ ਇਸਨੇ ਉਸ ਦਾ ਕਤਲ ਕਰ ਦਿੱਤਾ। ਪਰ ਕੰਸ ਨੂੰ ਇਹ ਨਹੀਂ ਪਤਾ ਲੱਗਾ ਵੀ ਜਿਹਨੇ ਮੇਰੀ ਮੌਤ ਬੰਨਾ ਉਹ ਰਾਤੋਂ ਰਾਤ ਇੱਥੋਂ ਨਿਕਲ ਗਿਆ ਹੈ। ਇਹ ਲੰਮਾ ਪ੍ਰਸੰਗ ਹੈ, ਲੰਮੀ ਕਥਾ ਹੈ, ਆਪਾਂ ਕੇਵਲ ਸਮਝਣ ਵਾਸਤੇ ਇੱਥੇ ਸਰਵਣ ਕਰ ਰਹੇ ਹਾਂ। ਕਹਿਣ ਲੱਗੇ ਭਗਵਾਨ ਕ੍ਰਿਸ਼ਨ ਜੀਆਂ ਦਾ ਜਨਮ ਹੋਇਆ ਮਥੁਰਾ ਦੇ ਵਿੱਚ, ਜੇਲ੍ਹ ਦੇ ਵਿੱਚ, ਆਪਣੇ ਮਾਮੇ ਦੇ ਘਰ ਦੇ ਵਿੱਚ। ਪਰ ਪ੍ਰਗਟ ਹੋਏ ਸਨ ਗੋਕਲ ਦੇ ਵਿੱਚ ਜਾ ਕੇ। ਉੱਥੇ ਉਹਨਾਂ ਨੇ ਜਾ ਕੇ ਵੱਡੇ ਹੋਣਾ ਕੀਤਾ ਤੇ ਕਈ ਕੌਤਕ ਕੀਤੇ ਹਨ। ਚੌਪਈ ਦੁਸ਼ਟਨ ਮਹਾਪੂਤਨਾ ਮਾਰੀ, ਤੇ ਕਹਿਣ ਲੱਗੇ ਫਿਰ ਜਦੋਂ ਪਤਾ ਲੱਗ ਗਿਆ ਨਾ ਕੰਸ ਨੂੰ ਵੀ ਮੇਰਾ ਭਾਣਜਾ ਜਿਹਨੇ ਮੈਨੂੰ ਮਾਰਨਾ ਉਹ ਮੇਰੇ ਤੋਂ ਮਰਿਆ ਨਹੀਂ, ਨਿਕਲ ਗਿਆ।
ਤੇ ਕੰਸ ਨੇ ਫਿਰ ਇੱਕ ਦਾਈ ਭੇਜੀ ਸੀ। ਦਾਈ ਨੂੰ ਆਖਿਆ ਵੀ ਤੂੰ ਜ਼ਹਿਰ ਲਾ ਕੇ ਜਦੋਂ ਦੁੱਧ ਪਿਆਵੇਂਗੀ ਨਾ, ਜ਼ਹਿਰ ਲਾ ਕੇ ਤੇ ਇਸ ਦੇ ਜ਼ਹਿਰ ਮੂੰਹ ਵਿੱਚ ਜਾਏਗਾ ਤੇ ਮਰ ਜਾਏਗਾ। ਤੇ ਉਸ ਦਾਈ ਦਾ ਨਾਮ ਸੀ ਪੂਤਨਾ। ਕਹਿਣ ਲੱਗੇ ਜਦੋਂ ਪੂਤਨਾ ਦੁੱਧ ਪਿਆਉਣ ਲੱਗੀ ਨਾ ਆਪਣੇ ਸਰੀਰ ਨੂੰ ਜ਼ਹਿਰ ਲਾ ਕੇ, ਤੇ ਭਗਵਾਨ ਕ੍ਰਿਸ਼ਨ ਜੀ ਜਾਣਦੇ ਸਨ ਵੀ ਇਹ ਸਾਨੂੰ ਮਾਰਨ ਵਾਸਤੇ ਆਈ ਹੈ। ਉਸ ਵੇਲੇ ਉਸ ਨੂੰ ਗਲ ਤੋਂ ਹੀ ਫੜ ਲਿਆ ਸੀ ਦੁੱਧ ਪਿਆਉਣ ਤੋਂ ਪਹਿਲਾਂ। ਉਮਰਾਂ ਛੋਟੀ ਸੀ, ਬੱਚੇ ਹੀ ਸਨ ਹਾਲੇ, ਕਿਉਂਕਿ ਬੱਚਾ ਹੀ ਦੁੱਧ ਪੀਂਦਾ ਹੈ ਨਾ ਮਾਂ ਦਾ। ਇੰਨੀ ਕੁ ਉਮਰਾਂ ਦੀ ਸਨ ਭਗਵਾਨ ਕ੍ਰਿਸ਼ਨ ਜੀ। ਪਰ ਕਹਿਣ ਲੱਗੇ ਉਸ ਵੇਲੇ ਫੜ ਕੇ ਗਲੇ ਤੋਂ ਤੇ ਜਿਹੜੀ ਪੂਤਨਾ ਨਾਮ ਦੀ ਇਹ ਦਾਈ ਸੀ, ਇਸ ਨੂੰ ਉਹਨਾਂ ਨੇ ਮਾਰ ਦਿੱਤਾ ਹੈ। ਤ੍ਰਿਣਾਮ ਵਰਤ ਕੀ ਦੇਹ ਬਦਾਰੀ। ਕਹਿਣ ਲੱਗੇ ਵੀ ਉਸ ਵੇਲੇ ਇੱਕ ਦੈਂਤ ਹੈ ਜਿਸ ਨੂੰ ਕੰਸ ਨੇ ਕ੍ਰਿਸ਼ਨ ਜੀ ਦੇ ਮਾਰਨ ਵਾਸਤੇ ਘੱਲਿਆ ਸੀ। ਇਹ ਵਾਵਰੋਲਾ ਬਣ ਕੇ ਆਇਆ ਸੀ ਕ੍ਰਿਸ਼ਨ ਜੀ ਨੂੰ ਮਾਰਨ ਵਾਸਤੇ। ਜਦੋਂ ਇਹ ਦੈਂਤ ਆਇਆ ਤੇ ਉਸ ਵੇਲੇ ਭਗਵਾਨ ਜੀਆਂ ਨੇ ਇਸ ਨੂੰ ਵੀ ਮਾਰ ਕੇ ਧਰਤੀ ਤੇ ਸੁੱਟਿਆ ਹੈ। ਬਾਲ ਸਰੂਪ ਵਿਖਾਏ ਨਾਸੇ। ਕਹਿਣ ਲੱਗੇ ਵੀ ਇਸ ਤਰ੍ਹਾਂ ਬਾਲਕ ਸਰੂਪ ਦੇ ਵਿੱਚ ਭਗਵਾਨ ਕ੍ਰਿਸ਼ਨ ਜੀਆਂ ਨੇ ਸਾਰੇ ਕੰਮ ਕੀਤੇ ਹਨ। ਬ੍ਰਦਤ ਭਏ ਗਨ ਗੋਪ ਅਵਸੇ। ਕਹਿਣ ਲੱਗੇ ਵੀ ਹੌਲੀ ਹੌਲੀ ਫਿਰ ਭਗਵਾਨ ਕ੍ਰਿਸ਼ਨ ਜੀ ਪ੍ਰਗਟ ਹੋ ਗਿਆ। ਦੁਨੀਆ ਨੂੰ ਪਤਾ ਲੱਗ ਗਿਆ ਵੀ ਗਵਾਲਿਆਂ ਦੇ ਘਰ ਵਿੱਚ, ਗੁਜਰਾਂ ਦੇ ਘਰ ਵਿੱਚ ਇੱਕ ਇਹੋ ਜਿਹਾ ਲੜਕਾ ਪੈਦਾ ਹੋਇਆ ਜਿਹਨੂੰ ਕਈ ਮਾਰਨ ਵਾਸਤੇ ਆਏ ਪਰ ਮਰਿਆ ਨਹੀਂ। ਭਗਵਾਨ ਕ੍ਰਿਸ਼ਨ ਜੀ ਗੁਜਰਾਂ ਦੇ ਘਰ ਵਿੱਚ ਪਲੇ ਸਨ, ਵੱਡੇ ਹੋਏ ਸਨ। ਇਸ ਤਰ੍ਹਾਂ ਫਿਰ ਦੁਨੀਆ ਵਿੱਚ ਪ੍ਰਗਟ ਹੋ ਗਏ ਹਨ। ਦੈਤ ਅਗਾਸੁਰ ਧਿਨਕ ਮਾਰ। ਇੱਥੇ ਕਵੀ ਜੀ ਦੱਸਦੇ ਪਏ ਨੇ ਵੀ ਫਿਰ ਭਗਵਾਨ ਕ੍ਰਿਸ਼ਨ ਨੇ ਮਾਰਿਆ ਕਿਹਨੂੰ ਕਿਹਨੂੰ। ਇੱਕ ਅਗਾਸੁਰ ਨਾਮ ਦਾ ਦੈਂਤ ਸੀ, ਫਿਰ ਉਹਨੂੰ ਮਾਰਿਆ ਜਦੋਂ ਵੱਡੇ ਹੋਏ। ਅਤੇ ਇੱਕ ਧਿਨਕ ਨਾਮ ਦਾ ਦੈਂਤ ਹੈ, ਫਿਰ ਉਸ ਨੂੰ ਵੀ ਆਪਣੇ ਹੱਥਾਂ ਨਾਲ ਮਾਰਨਾ ਕੀਤਾ ਹੈ। ਕੇਸੀ ਕੋ ਬਲ ਕਰ ਸੰਘਾਰਾ। ਇਸੇ ਤਰ੍ਹਾਂ ਕੇਸੀ ਨਾਮ ਦਾ ਇੱਕ ਦੈਂਤ ਹੋਇਆ, ਉਸ ਨੂੰ ਮਾਰਿਆ ਆਪਣੇ ਬਲ ਦੇ ਨਾਲ। ਮਥਰਾ ਕੋ ਅਕਰੂਰ ਲਿਆ। ਕਹਿਣ ਲੱਗੇ ਵੀ ਮਥਰਾ ਤੋਂ ਅਕਰੂਰ ਲੈ ਆਵਾ। ਅਕਰੂਰ ਜਿਹੜਾ ਚਾਚਾ ਲੱਗਦਾ ਸੀ ਭਗਵਾਨ ਕ੍ਰਿਸ਼ਨ ਜੀਆਂ ਦਾ, ਤੇ ਭਗਵਾਨ ਕ੍ਰਿਸ਼ਨ ਜੀਆਂ ਦਾ ਬੜਾ ਵੱਡਾ ਭਗਤ ਹੈ। ਫਿਰ ਭਗਵਾਨ ਕ੍ਰਿਸ਼ਨ ਜੀਆਂ ਨੂੰ ਕਰੂਰ ਜੀ ਆਪਣੇ ਘਰ ਲੈ ਗਏ ਹਨ। ਪ੍ਰਥਮ ਕੁਦਡ ਦੁਖੰਡ ਕਰਾਵਾ। ਤੇ ਕਹਿਣ ਲੱਗੇ ਵੀ ਉਸ ਵੇਲੇ ਸਾਰਿਆਂ ਤੋਂ ਪਹਿਲਾਂ ਭਗਵਾਨ ਕ੍ਰਿਸ਼ਨ ਜੀ ਜਦੋਂ ਆਏ ਇਹਨਾਂ ਦੇ ਘਰ ਵਿੱਚ, ਤੇ ਇਹਨਾਂ ਨੂੰ ਫਿਰ ਕੁਸ਼ਤੀ ਕਰਨ ਵਾਸਤੇ ਉਹਨਾਂ ਨੇ ਪ੍ਰੇਰਿਆ। ਅਤੇ ਧਨੁੱਖ ਚਲਾਉਣ ਦੀ ਸਿੱਖਿਆ ਜਿਹੜੀ ਸੀ ਨਾ, ਸਿਖਲਾਈ ਵੀ ਤੀਰ ਕਿਵੇਂ ਚਲਾਉਣਾ ਹੈ, ਇਹ ਕਰੂਰ ਜੀਆਂ ਨੇ ਦਿੱਤੀ ਹੈ। ਮਲ ਚੰਡੂਰ ਸੁਮੁਸ਼ਟਕ ਮਾਰਾ। ਤੇ ਕਹਿਣ ਲੱਗੇ ਫਿਰ ਭਗਵਾਨ ਕ੍ਰਿਸ਼ਨ ਜੀਆਂ ਨੇ ਚੰਡੂਰਕ ਨਾਮ ਦਾ ਇੱਕ ਪਹਿਲਵਾਨ ਸੀ, ਉਹਦੇ ਨਾਲ ਕੁਸ਼ਤੀ ਕਰਕੇ ਮੁਕੀਆਂ ਮਾਰ ਮਾਰ ਕੇ ਅਖਾੜੇ ਦੇ ਵਿੱਚ ਘੁਲਦਿਆਂ ਹੋਇਆਂ ਤੇ ਉਸ ਚੰਡੂਰ ਨਾਮ ਦੇ ਪਹਿਲਵਾਨ ਦੀ ਜਾਨ ਕੱਢ ਦਿੱਤੀ ਹੈ। ਉਹਨ ਨਿਰਪ ਕੰਸ ਦੁਸ਼ਟ ਸੰਘਾਰਾ। ਉਸ ਤੋਂ ਮਗਰੋਂ ਫਿਰ ਕੰਸ ਆ ਗਿਆ। ਕੰਸ ਨੂੰ ਭਗਵਾਨ ਜੀਆਂ ਨੇ ਕੁਸ਼ਤੀ ਦੇ ਅਖਾੜੇ ਵਿੱਚ ਮਾਰਿਆ ਸੀ। ਜਾਣ ਬੁੱਝ ਕੇ ਸੱਦ ਲਿਆ ਆਪਣੇ ਕੋਲ ਕੰਸ ਨੇ ਭਗਵਾਨ ਕ੍ਰਿਸ਼ਨ ਜੀਆਂ ਨੂੰ, ਤੇ ਕਹਿਣ ਲੱਗਾ ਮੇਰੇ ਪਹਿਲਵਾਨਾਂ ਨਾਲ ਜੰਗ ਕਰੋ। ਬੜਾ ਵੱਡਾ ਪਹਿਲਵਾਨ ਜਿਸ ਦਾ ਨਾਮ ਹੈ ਚੰਡੂਰ, ਭਗਵਾਨ ਕ੍ਰਿਸ਼ਨ ਜੀਆਂ ਦੇ ਨਾਲ ਕੁਸ਼ਤੀ ਕਰਦਾ। ਮੁਕੀਆਂ ਮਾਰ ਮਾਰ ਕੇ ਇਸ ਦੀ ਜਾਨ ਕੱਢ ਦਿੱਤੀ। ਜਦੋਂ ਵੇਖਿਆ ਮੇਰਾ ਪਹਿਲਵਾਨ ਮਰ ਗਿਆ, ਫਿਰ ਕੰਸ ਜਿਹੜਾ ਸੀ ਆਪ ਉਤਰ ਆਇਆ ਅਖਾੜੇ ਵਿੱਚ ਵੀ ਮੇਰੇ ਨਾਲ ਤੁਸੀਂ ਹੁਣ ਕੁਸ਼ਤੀ ਕਰੋ। ਤੇ ਭਗਵਾਨ ਕ੍ਰਿਸ਼ਨ ਜੀਆਂ ਨੇ ਜੰਗ ਦੇ ਮੈਦਾਨ ਦੇ ਵਿੱਚ ਨਹੀਂ, ਕੁਸ਼ਤੀ ਦੇ ਮੈਦਾਨ ਦੇ ਵਿੱਚ ਕੰਸ ਨੂੰ ਮਾਰ ਮਾਰ ਕੇ ਚਪੇੜਾਂ ਤੇ ਇਹਦੀ ਜਾਨ ਕੁਸ਼ਤੀ ਲੜਦਿਆਂ ਲੜਦਿਆਂ ਕੱਢ ਲਈ ਹੈ। ਜਰਾਸੰਧ ਕੋ ਹੁਤੋ ਜਮਾਤਾ। ਤੇ ਕਹਿਣ ਲੱਗੇ ਵੀ ਜਿਸ ਨੂੰ ਮਾਰਿਆ ਸੀ ਨਾ ਭਗਵਾਨ ਕ੍ਰਿਸ਼ਨ ਜੀਆਂ ਨੇ ਕੰਸ ਨੂੰ, ਤੇ ਕੰਸ ਜਿਹੜਾ ਨਾ ਜਰਾਸੰਧ ਦਾ ਜਵਾਈ ਲੱਗਦਾ ਸੀ। ਜਦੋਂ ਉਹਨੂੰ ਪਤਾ ਲੱਗਾ ਵੀ ਮੇਰੇ ਜਵਾਈ ਨੂੰ ਕ੍ਰਿਸ਼ਨ ਨੇ ਮਾਰਿਆ, ਹੁਣ ਕਿਹੜਾ ਸਹੁਰਾ ਜਿਹੜਾ ਇਸ ਗੱਲ ਨੂੰ ਜਰ ਲਵੇਗਾ, ਉਹ ਤੇ ਵੈਰ ਦਾ ਬਦਲਾ ਤੇ ਲਵੇਗਾ। ਭਗਵਾਨ ਕ੍ਰਿਸ਼ਨ ਜੀਆਂ ਨੇ ਮਾਰਿਆ ਕੰਸ ਨੂੰ, ਪਰ ਜਰਾਸੰਧ ਨੂੰ ਗੁੱਸਾ ਆ ਗਿਆ ਵੀ ਮੇਰੇ ਜਵਾਈ ਨੂੰ ਇਹਨਾਂ ਨੇ ਮਾਰਿਆ ਹੈ। ਜਬ ਘਨ ਸ਼ਿਆਮ ਕੀਨ ਖਲ ਘਾਤਾ। ਕਹਿਣ ਲੱਗੇ ਵੀ ਜਦੋਂ ਭਗਵਾਨ ਕ੍ਰਿਸ਼ਨ ਜੀਆਂ ਨੇ ਉਸ ਮੂਰਖ ਕੰਸ ਨੂੰ ਮਾਰਿਆ ਹੈ। ਸੁਤਾ ਗਈ ਪਿਤ ਪਾਸ ਪੁਕਾਰੀ। ਜਿਹੜੀ ਕੰਸ ਦੀ ਘਰਵਾਲੀ ਸੀ, ਭਗਵਾਨ ਕ੍ਰਿਸ਼ਨ ਦੀ ਜੋ ਮਾਮੀ ਲੱਗਦੀ ਹੈ, ਉਹ ਮਾਮੀ ਜਿਹੜੀ ਸੀ ਆਪਣੇ ਪਿਤਾ ਦੇ ਘਰ ਗਈ, ਜਰਾਸੰਧ ਦੇ ਕੋਲ ਜਾ ਕੇ ਰੋਣ ਲੱਗ ਪਈ, ਮੇਰੇ ਪਤੀ ਨੂੰ ਮੇਰੇ ਭਾਣਜੇ ਨੇ ਕ੍ਰਿਸ਼ਨ ਨੇ ਮਾਰ ਦਿੱਤਾ ਹੈ। ਵਿਧਵਾ ਦੇਖ ਅਧਿਕ ਦੁਖਿਆਰੀ। ਆਪਣੀ ਧੀ ਨੂੰ ਵਿਧਵਾ ਹੋਇਆ ਵੇਖ ਕੇ ਕੰਸ ਦੀ ਘਰਵਾਲੀ ਨੂੰ ਵਿਧਵਾ ਹੋਇਆ ਦੇਖ ਕੇ ਜਰਾਸੰਧ ਨੂੰ ਬਹੁਤ ਗੁੱਸਾ ਆਇਆ। ਫਿਰ ਜਰਾਸੰਧ ਕੋ ਪਿਓ ਬਲ ਭਾਰੀ। ਜਰਾਸੰਧ ਫਿਰ ਬੜੇ ਗੁੱਸੇ ਵਿੱਚ ਬੋਲਿਆ, ਕਹਿਣ ਲੱਗਾ ਹੈ ਸਕਲ ਬਾਹਨੀ ਕੀ ਨਸਤਿਆਰੀ। ਆਪਣੀ ਫੌਜ ਨੂੰ ਕਹਿੰਦਾ ਵੀ ਤਿਆਰ ਹੋ ਜਾਓ, ਆਪਣਾ ਬੜਾ ਵੱਡਾ ਇੱਕ ਦੁਸ਼ਮਣ ਪੈਦਾ ਹੋਇਆ, ਨਾਮ ਹੈ ਕ੍ਰਿਸ਼ਨ। ਉਹਨੇ ਮੇਰੀ ਧੀ ਨੂੰ ਵਿਧਵਾ ਕੀਤਾ ਤੇ ਮੈਂ ਉਸ ਨੂੰ ਮਾਰ ਕੇ ਬਦਲਾ
ਬਦਲਾ ਲੈਣਾ ਹੈ। ਉਤਸਾਹਿਤ ਭੂਪਤ ਤਬ ਚੜਿਓ। ਕਹਿਣ ਲੱਗੇ ਵੀ ਇਹ ਰਾਜਾ ਬੜੀ ਵੱਡੀ ਫੌਜ ਲੈ ਕੇ ਤੇ ਭਗਵਾਨ ਕ੍ਰਿਸ਼ਨ ਨੂੰ ਮਾਰਨ ਵਾਸਤੇ ਚੱਲ ਪਿਆ। ਅਤੋਂ ਹਲੀ ਹਰ ਕ੍ਰੋਧ ਸੋ ਵੱਡਿਓ। ਮਨ ਦੇ ਵਿੱਚ ਕਹਿੰਦ ਸੋਚਦਾ ਵੀ ਮੈਂ ਤੇ ਹੱਥਾਂ ਨਾਲ ਹੀ ਇਸ ਕ੍ਰਿਸ਼ਨ ਨੂੰ ਮਾਰ ਦੇਣਾ, ਮੇਰੇ ਵਿੱਚ ਬਹੁਤਾ ਜ਼ੋਰ ਹੈ। ਮਥੁਰਾ ਘੇਰ ਕਰਿਓ ਸੰਗਰਾਮ। ਇਸ ਨੇ ਮਥੁਰਾ ਸ਼ਹਿਰ ਨੂੰ ਘੇਰਾ ਪਾ ਲਿਆ। ਜਰਾਸੰਧ ਨੇ ਆ ਕੇ ਤੇ ਬੜਾ ਵੱਡਾ ਜੰਗ ਕੀਤਾ ਹੈ। ਲੱਖੋਂ ਭੱਟ ਪਹੁੰਚੇ ਜਮ ਧਾਮ। ਲੱਖਾਂ ਫੌਜਾਂ ਜਿਹੜੀਆਂ ਸਨ ਜੰਗ ਕਰਦੀਆਂ ਹੋਈਆਂ ਇਸ ਸੰਸਾਰ ਤੋਂ ਮਰ ਖਪ ਕੇ ਚਲੇ ਗਈਆਂ ਹਨ। ਰਣ ਭੈਰਵ ਕਰਕੇ ਬਹੁ ਬਾਰ। ਕਹਿਣ ਲੱਗੇ ਬੜਾ ਭਿਆਨਕ ਜੰਗ ਜਿਹੜਾ ਸੀ ਨਾ, ਜਰਾਸੰਧ ਨੇ ਮਥੁਰਾ ਸ਼ਹਿਰ ਨੂੰ ਘੇਰ ਕੇ ਭਗਵਾਨ ਕ੍ਰਿਸ਼ਨ ਦੇ ਨਾਲ ਕੀਤਾ ਹੈ। ਹਟ ਹਟ ਗਇਓ ਪ੍ਰਭੂ ਤੇ ਹਾਰ। ਪਰ ਜੰਗ ਕਰਦਿਆਂ ਕਰਦਿਆਂ ਜਿੱਤ ਨਹੀਂ ਸਕਿਆ, ਭਗਵਾਨ ਕ੍ਰਿਸ਼ਨ ਨੂੰ ਜਿੱਤ ਨਹੀਂ ਸਕਿਆ ਤੇ ਜਰਾਸੰਧ ਨੂੰ ਹਾਰਨਾ ਪਿਆ ਤੇ ਪਿੱਛੇ ਮੁੜਨਾ ਪਿਆ ਹੈ। ਉਹਨਾਂ ਦਵਾਰਕਾ ਸਿੰਧ ਮੰਝਾਰੇ। ਤੇ ਕਹਿਣ ਲੱਗੇ ਫਿਰ ਜਾ ਕੇ ਉਸ ਵੇਲੇ ਹਟ ਗਇਓ ਪ੍ਰਭੂ ਤੇ ਹਾਰ। ਉਸ ਤੋਂ ਮਗਰੋਂ ਫਿਰ ਦਵਾਰਕਾ ਦੇ ਵਿੱਚ ਪਹੁੰਚ ਗਿਆ ਹੈ। ਰਚੀਪੁਰੀ ਬਸ ਰਹੇ ਸੁਖਾਰੇ। ਤੇ ਕਹਿਣ ਲੱਗੇ ਭਗਵਾਨ ਕ੍ਰਿਸ਼ਨ ਜੀ ਉਸ ਵੇਲੇ ਦਵਾਰਕਾ ਵਿੱਚ ਚਲੇ ਗਏ ਤੇ ਉੱਥੇ ਜਾ ਕੇ ਸ਼ਹਿਰ ਬਣਾ ਕੇ ਤੇ ਰਹਿਣ ਲੱਗ ਪਏ। ਜਦੋਂ ਮਥੁਰਾ ਦੇ ਵਿੱਚ ਜੰਗ ਹੋਇਆ ਤੇ ਭਗਵਾਨ ਕ੍ਰਿਸ਼ਨ ਜੀ ਮਥੁਰਾ ਸ਼ਹਿਰ ਛੱਡ ਕੇ ਹੀ ਚਲੇ ਗਏ, ਕਿਉਂਕਿ ਜਰਾਸੰਧ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਉਹ ਬਹੁਤੇ ਬਲ ਵਾਲਾ ਤੇ ਉਹਨੂੰ ਕਈ ਵਾਰ ਪ੍ਰਾਪਤ ਸਨ। ਫਿਰ ਇਹਨਾਂ ਨੇ ਦਵਾਰਕਾ ਦੇ ਵਿੱਚ ਜਾ ਕੇ ਆਪਣਾ ਨਵਾਂ ਸ਼ਹਿਰ ਬਣਾ ਕੇ ਉੱਥੇ ਰਹਿੰਦੇ ਹਨ। ਕਿਤਕ ਕਾਲ ਬੀਤਿਓ ਤਿਸ ਇਸ ਪਾਛੇ। ਤਰ੍ਹਾਂ ਕਈ ਸਾਲ ਉੱਥੇ ਰਹਿੰਦਿਆਂ ਬਤੀਤ ਹੋ ਗਏ। ਪਾਂਡਵ ਭਏ ਸੂਰਮਾ ਆਛੇ। ਇੰਨੇ ਚਿਰ ਨੂੰ ਪਾਂਡਵ ਜਿਹੜੇ ਸਨ ਉਹ ਵੀ ਸੂਰਮੇ ਬਣ ਕੇ ਦੁਨੀਆ ਵਿੱਚ ਪ੍ਰਗਟ ਹੋਏ ਹਨ। ਰਾਜ ਸੂ ਕੋ ਚਾਹਿਤ ਕਰਿਓ। ਸੋ ਕਹਿਣ ਲੱਗੇ ਵੀ ਇਹ ਜਿਹੜੇ ਪਾਂਡਵ ਨੇ ਨਾ ਇਹ ਵੀ ਰਾਜ ਕਰਨਾ ਚਾਹੁੰਦੇ ਨੇ ਤੇ ਰਾਜ ਕਰਨ ਵਾਸਤੇ ਇਹਨਾਂ ਨੇ ਯਤਨ ਕੀਤਾ ਵੀ ਸਾਨੂੰ ਬਹੁਤ ਵੱਡਾ ਇੱਕ ਜੱਗ ਕਰਨਾ ਚਾਹੀਦਾ। ਪਾਂਡਵਾਂ ਨੇ ਰਾਜ ਭਾਗ ਕਰਨ ਵਾਸਤੇ ਬੜਾ ਵੱਡਾ ਜੱਗ ਕਰਨ ਦੀ ਤਿਆਰੀ ਕਰਦੇ ਹਨ। ਛਤਰ ਆਜ਼ਾਦ ਮਨੋਰਥ ਧਰਿਓ। ਪਰ ਉਹ ਜਿਹੜਾ ਜੱਗ ਸੀ ਨਾ ਤਾਂ ਕੀਤਾ ਜਾਂਦਾ ਸੀ, ਉਹਨਾਂ ਸਮਿਆਂ ਦਾ ਇੱਕ ਰਿਵਾਜ ਸੀਗਾ, ਜਿਸ ਰਾਜੇ ਨੇ ਜੱਗ ਕਰਨਾ ਹੋਵੇ ਉਹਨੂੰ ਆਪਣਾ ਇੱਕ ਘੋੜਾ ਛੱਡਣਾ ਪੈਂਦਾ ਸੀ। ਘੋੜੇ ਦੇ ਮੱਥੇ ਦੇ ਉੱਪਰ ਇੱਕ ਫੱਟੀ ਲਿਖ ਕੇ ਲਾਈ ਜਾਂਦੀ ਸੀ, ਉਹਦੇ ਉੱਪਰ ਲਿਖਿਆ ਜਾਂਦਾ ਸੀ ਵੀ ਇਹ ਰਾਜੇ ਦਾ ਘੋੜਾ ਹੈ, ਜਿਹੜਾ ਇਸ ਘੋੜੇ ਨੂੰ ਫੜੇਗਾ ਨਾ ਉਸ ਨੂੰ ਰਾਜੇ ਨਾਲ ਜੰਗ ਕਰਨਾ ਪਵੇਗਾ। ਤੇ ਜੇ ਉਸ ਰਾਜੇ ਦਾ ਘੋੜਾ ਕੋਈ ਨਾ ਫੜੇ ਤੇ ਫਿਰ ਉਹ ਰਾਜਾ ਜੰਗ ਕਰ ਸਕਦਾ ਸੀ। ਉਦੋਂ ਇਹ ਐਲਾਨ ਕੀਤਾ ਜਾਂਦਾ ਸੀ ਵੀ ਇਸ ਰਾਜੇ ਨਾਲ ਕੋਈ ਜੰਗ ਨਹੀਂ ਕਰਨਾ ਚਾਹੁੰਦਾ, ਸਭ ਤੋਂ ਵੱਡਾ ਹੈ, ਇਹਦੀ ਈਨ ਸਾਰੇ ਮੰਨਦੇ ਨੇ। ਪਰ ਜੇ ਉਸ ਘੋੜੇ ਨੂੰ ਕੋਈ ਫੜ ਲਵੇ ਤੇ ਫਿਰ ਉਸ ਵਿਅਕਤੀ ਨੂੰ ਉਹਦੇ ਨਾਲ ਜੰਗ ਕਰਨਾ ਪੈਂਦਾ ਸੀ। ਹੁਣ ਪਾਂਡਵਾਂ ਨੇ ਜੰਗ ਕਰਨਾ ਤੇ ਪਾਂਡਵਾਂ ਨੇ ਆਪਣਾ ਘੋੜਾ ਛੱਡਿਆ। ਘੋੜੇ ਉੱਪਰ ਲਿਖ ਦਿੱਤਾ ਗਿਆ ਵੀ ਜਿਹੜਾ ਫੜੇਗਾ ਸਾਡੇ ਨਾਲ ਜੰਗ ਕਰੇ। ਭਗਵਾਨ ਰਾਮ ਜੀਆਂ ਨੇ ਵੀ ਘੋੜਾ ਛੱਡਿਆ ਸੀ ਤੇ ਪਰ ਉਹਨਾਂ ਦਾ ਘੋੜਾ ਭਗਵਾਨ ਰਾਮ ਜੀਆਂ ਦੇ ਪੁੱਤਰ ਲਵ ਨੇ ਫੜ ਲਿਆ ਸੀਗਾ ਵੀ ਸਾਡੇ ਹੁੰਦਿਆਂ ਕਿਹੜਾ ਜਿਹੜਾ ਘੋੜਾ ਛੱਡ ਕੇ ਇਹ ਗੱਲ ਆਖੇ ਵੀ ਮੈਂ ਵੱਡਾ ਰਾਜਾ। ਤੇ ਫਿਰ ਭਗਵਾਨ ਰਾਮ ਜੀਆਂ ਨੂੰ ਲਵ ਤੇ ਕੁਛ ਨਾਲ ਜੰਗ ਕਰਨਾ ਪਿਆ ਤੇ ਜੰਗ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ, ਕਿਉਂਕਿ ਪੰਜਾਬ ਦੇ ਜਾਏ ਸਨ, ਪੰਜਾਬ ਦੀ ਧਰਤੀ ਤੇ ਵਾਸਾ ਕਰਨ ਵਾਲੇ ਸਨ, ਏਡੇ ਵੱਡੇ ਸੂਰਮੇ ਸਨ ਲਵ ਤੇ ਕੁਛ। ਰੋ ਵਿਚਾਰ ਕਹਿਣ ਲੱਗੇ ਪਾਂਡਵਾਂ ਨੇ ਸੋਚਿਆ ਵੀ ਜੱਗ ਕਰੀਏ, ਪਰ ਜੱਗ ਕਰਨ ਤੋਂ ਪਹਿਲਾਂ ਉਹਨਾਂ ਨੇ ਘੋੜਾ ਛੱਡਿਆ ਆਪਣਾ ਵੀ ਸਾਡੇ ਘੋੜੇ ਨੂੰ ਕੋਈ ਫੜ ਕੇ ਵਿਖਾਵੇ, ਜਿਹੜਾ ਫੜੇਗਾ ਅਸੀਂ ਉਹਦੇ ਨਾਲ ਜੱਗ ਕਰਾਂਗੇ। ਕਹਤੇ ਸ਼੍ਰੀ ਘਨਸ਼ਾਮ ਬੁਲਾਏ। ਤੇ ਕਹਿਣ ਲੱਗੇ ਵੀ ਉਸ ਵੇਲੇ ਘੋੜਾ ਛੱਡ ਕੇ ਤੇ ਇਧਰੋਂ ਭਗਵਾਨ ਕ੍ਰਿਸ਼ਨ ਜੀਆਂ ਨੂੰ ਬੁਲਾਇਆ ਹੈ। ਆਤ ਪ੍ਰਿਯ ਲਖ ਕਰ ਤਿਨ ਗ੍ਰਹਿ ਆਏ। ਤੇ ਭਗਵਾਨ ਕ੍ਰਿਸ਼ਨ ਜੀ ਜਾਣ ਕੇ ਉਹਨਾਂ ਨੂੰ ਬੜਾ ਪਿਆਰਾ ਪਾਂਡਵਾਂ ਨੂੰ ਤੇ ਉਹਨਾਂ ਦੇ ਘਰ ਵਿੱਚ ਆ ਗਏ ਹਨ। ਆਪਨ ਮਨੋਰਥ ਭਨਿਓ ਅਗਾਰੀ। ਤੇ ਉਸ ਵੇਲੇ ਆਪਣੇ ਮਨ ਦੀ ਇੱਛਾ ਭਗਵਾਨ ਕ੍ਰਿਸ਼ਨ ਜੀਆਂ ਦੇ ਅੱਗੇ ਪਾਂਡਵਾਂ ਨੇ ਰੱਖੀ ਵੀ ਭਗਵਾਨ ਜੀ ਅਸੀਂ ਤੇ ਜੱਗ ਕਰਨਾ ਚਾਹੁੰਦੇ ਹਾਂ। ਸੁਨ ਮਧੂਸੂਦਨ ਗਿਰਾ ਉਚਾਰੀ। ਉਸ ਵੇਲੇ ਸੁਣ ਕੇ ਨਾ ਇਹ ਗੱਲ ਤੇ ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਪਾਂਡਵੋ ਜੱਗ ਤੇ ਕਰਨਾ ਚਾਹੁੰਦੇ ਜੀ, ਪਰ ਉਹਦੇ ਤੋਂ ਪਹਿਲਾਂ ਇੱਕ ਬੜੀ ਵੱਡੀ ਮੁਸੀਬਤ ਹੈ ਆਪਣੇ ਸਾਹਮਣੇ, ਬੜੀ ਵੱਡੀ ਇੱਕ ਅਟਕਲ ਹੈ ਆਪਣੇ ਸਾਹਮਣੇ। ਕੀ ਹੈ ਉਹ ਦੱਸਣ ਲੱਗੇ ਹਨ। ਮਹਾਵੀਰ ਜੋ ਮਗਧ ਨਰੇਸ਼। ਉਸ ਵੇਲੇ ਦੱਸਿਆ ਫਿਰ ਭਗਵਾਨ ਕ੍ਰਿਸ਼ਨ ਨੇ, ਕਹਿਣ ਲੱਗੇ ਘੋੜਾ ਛੱਡਣ ਤੋਂ ਪਹਿਲਾਂ ਤੁਹਾਨੂੰ ਜਰਾਸੰਧ ਦੇ ਨਾਲ ਜੰਗ ਕਰਨਾ ਪੈਣਾ, ਜਰਾਸੰਧ ਨੂੰ ਮਾਰਨਾ ਪੈਣਾ। ਉਹਦੇ ਮਾਰੇ ਤੋਂ ਬਿਨਾਂ ਆਪਾਂ ਘੋੜਾ ਨਹੀਂ ਛੱਡ ਸਕਦੇ, ਕਿਉਂਕਿ ਉਹਨੇ ਫੜ ਲੈਣਾ ਤੇ ਆਪਾਂ ਨੂੰ ਜੰਗ ਕਰਨਾ ਪੈਣਾ। ਇੱਕ ਮਗਧ ਦੇਸ਼ ਦੇ ਵਿੱਚ, ਜਿਸ ਨੂੰ ਪਟਨਾ ਸਾਹਿਬ ਆਖਿਆ ਜਾਂਦਾ ਹੈ, ਉਸ ਦੇਸ਼ ਦੇ ਵਿੱਚ ਇੱਕ ਬੜਾ ਵੱਡਾ ਰਾਜਾ ਰਹਿੰਦਾ ਹੈ। ਜਰਾਸੰਧ ਬਲ ਵਿਖੇ ਵਿਸ਼ੇਸ਼। ਤੇ ਉਹਦਾ ਨਾਮ ਹੈ ਜਰਾਸੰਧ ਤੇ ਬਹੁਤ ਜ਼ਿਆਦਾ ਬਲ ਵਾਲਾ ਹੈ। ਤਿਸ ਮਾਰੇ ਬਿਨ ਮਖ ਨ ਹੋਏ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਵੀ ਜਿੰਨਾ ਚਿਰ ਆਪਾਂ ਜਰਾਸੰਧ ਨੂੰ ਮਾਰ ਨਹੀਂ ਲੈਂਦੇ ਉਹਨਾਂ ਚਿਰ ਆਪਾਂ ਜੱਗ ਨਹੀਂ ਕਰ ਸਕਦੇ ਹਾਂ। ਪੂਰਨ ਭਇਓ ਆਰਵਲ ਸੋਏ। ਕਿਉਂਕਿ ਉਹਦੀ ਹੁਣ ਉਮਰਾਂ ਵੀ ਪੂਰੀ ਹੋ ਗਈ ਹੈ। ਭਗਵਾਨ ਕ੍ਰਿਸ਼ਨ ਜੀ ਜਾਣਦੇ ਸਨ ਵੀ ਉਸ ਦੀ ਆਜੂ ਵਿੱਚ ਉਹ ਪੂਰਨ ਬਲੀ ਹੈ।
ਇਸ ਵੇਲੇ ਉਹਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ, ਇੰਨੇ ਉਹ ਬਲ ਵਾਲਾ ਹੈ। एक बार निज मंदिर चढ़ के ਇੱਕ ਵਾਰੀ ਕੀ ਹੋਇਆ ਵੀ ਆਪਣੇ ਮੰਦਰ ਦੇ ਉੱਪਰ, ਘਰ ਦੇ ਉੱਪਰ ਚੜ ਕੇ गदा प्रहारी कर बल करके ਤੇ ਕਹਿਣ ਲੱਗੇ ਵੀ ਬੜੇ ਜ਼ੋਰ ਦੇ ਨਾਲ ਇਸਨੇ ਗਦਾ ਜਿਹੜੀ ਹੈ ਨਾ ਉਹ ਸੁੱਟੀ। ਉਹਦਾ ਬਲ ਦੱਸਦੇ ਵੀ ਕਿੰਨਾ ਬਲ ਸੀ ਉਹਦੇ ਵਿੱਚ। ਕਹਿਣ ਲੱਗੇ ਇੱਕ ਦਿਨ ਜਰਾਸੰਧ ਨੂੰ ਗੁੱਸਾ ਆ ਗਿਆ, ਆਪਣੇ ਮਹਿਲਾਂ ਦੇ ਉੱਪਰ ਚੜ ਗਿਆ, ਸਭ ਤੋਂ ਉੱਪਰ ਚੜ ਕੇ ਤੇ ਗਦਾ ਹੱਥ ਵਿੱਚ ਫੜ ਕੇ ਤੇ ਬੜੀ ਜ਼ੋਰ ਦੀ ਚਲਾ ਕੇ ਇਸਨੇ ਸੁੱਟੀ ਹੈ। 100 जोजन मग को विस्तार। ਕਹਿਣ ਲੱਗੇ ਵੀ ਉਹ ਜਿਹੜੀ ਸੱਟੀ ਹੋਈ ਗਦਾ ਸੀ ਇੰਨੀ ਦੂਰ ਪਹੁੰਚ ਗਈ, 100 ਯੋਜਨ ਤੱਕ ਉਸ ਦਾ ਵਿਸਤਾਰ ਲਿਖਿਆ ਵੀ ਇੰਨੀ ਦੂਰ ਤੱਕ ਚਲੇ ਗਈ ਹੈ। ਉੱਚੀ ਹਮ ਢਿੱਗ ਕਰਨ ਪ੍ਰਹਾਰ। ਤੇ ਸਾਡੇ ਉੱਤੇ ਵਾਰ ਕਰਨ ਵਾਸਤੇ ਆ ਗਈ। ਦੱਸਦੇ ਪਏ ਭਗਵਾਨ ਕ੍ਰਿਸ਼ਨ ਜੀ 100 ਯੋਜਨ ਤੱਕ ਜਿਹੜਾ ਹੈ ਉਹਦਾ ਵਾਰ ਪਹੁੰਚਿਆ। ਵਿਦਵਾਨ ਕਹਿੰਦੇ ਨੇ ਯੋਜਨ ਦੀ ਗਿਣਤੀ ਜਿਹੜੀ ਹੈ ਉਹ 4 ਮੀਲ ਤੱਕ ਹੁੰਦੀ ਹੈ। 4 ਮੀਲ ਦਾ ਇੱਕ ਯੋਜਨ ਬਣਦਾ। ਵਿਦਵਾਨਾਂ ਦੀ ਆਪੋ ਆਪਣੀ ਰਾਏ ਹੈ 4 ਮੀਲ ਦਾ ਇੱਕ ਯੋਜਨ ਤੇ 100 ਯੋਜਨ ਭਾਵ ਕਿ 400 ਮੀਲ। ਇੰਨੀ ਦੂਰ ਉਸਨੇ ਗਦਾ ਸੁੱਟੀ ਸੀ। ਇੰਨਾ ਜ਼ੋਰ ਸੀ ਵੀ ਕਈ, ਆਪਾਂ ਅੱਜ ਕਹਿ ਸਕਦੇ ਹਾਂ ਵੀ ਕਈ 100 ਕਿਲੋਮੀਟਰ ਉਹਦੇ ਹੱਥ ਦੀ ਸੁੱਟੀ ਹੋਈ ਗਦਾ ਜਿਹੜੀ ਹੈ ਨਾ ਜ਼ੋਰ ਦੇ ਨਾਲ ਅਟਾਰੀ ਦੇ ਉੱਪਰ, ਚੁਬਾਰੇ ਦੇ ਉੱਪਰ ਚੜ੍ਹ ਕੇ ਉਸਨੇ ਸੁੱਟੀ। ਤੇ ਕਹਿਣ ਲੱਗੇ ਵੀ ਕਈ 100 ਮੀਲ ਉਹਦੀ ਗਦਾ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਵੀ ਸਾਡੇ ਮਾਰਨ ਵਾਸਤੇ ਉਸਨੇ ਸੁੱਟੀ ਸੀ। ਤੇ ਉਹਦੀ ਇੰਨੀ ਦੂਰੋਂ ਚਲਾਈ ਹੋਈ ਗਦਾ ਜਿਹੜੀ ਹੈ ਉਹ ਸਾਡੇ ਕੋਲ ਪਹੁੰਚੀ ਹੈ। ਤਬ ਬਲਦੇਵ ਸ਼ਕਤ ਕਰ ਆਪਣੀ। ਤੇ ਉਸ ਵੇਲੇ ਬਲ ਵੇਖ ਕੇ ਤੇ ਸ਼ਕਤੀ ਵੇਖ ਕੇ ਆਵਤ ਗਦਾ ਨਿਫਲ ਕਰ ਖਪਨੀ। ਤੇ ਕਹਿਣ ਲੱਗੇ ਵੀ ਉਸ ਵੇਲੇ ਉਹ ਜਿਹੜੀ ਗਦਾ ਸੀ ਨਾ ਅਸੀਂ ਫਿਰ ਖਪਾ ਦਿੱਤੀ, ਭਾਵ ਕਿ ਉਸ ਨੂੰ ਗਦਾ ਨੂੰ ਰਸਤੇ ਵਿੱਚ ਤੋੜ ਦਿੱਤਾ ਹੈ। ਜਰਾਸੰਧ ਰਾਖਤ ਬਲ ਘਨਾ। ਇਸ ਕਰਕੇ ਪਾਂਡਵੋ ਜੇ ਜੱਗ ਕਰਨਾ ਚਾਹੁੰਦੇ ਜੇ ਤੇ ਪਹਿਲਾਂ ਜਰਾਸੰਧ ਮਾਰਨਾ ਪੈਣਾ, ਪਰ ਜਰਾਸੰਧ ਵਿੱਚ ਇੰਨਾ ਜ਼ੋਰ ਹੈ ਵੀ ਉਹਦੀ ਚਲਾਈ ਹੋਈ ਗਦਾ ਕਈ 100 ਮੀਲ ਤੱਕ ਜਾਂਦੀ ਹੈ। ਹੁਣ ਤੁਸੀਂ ਆਪ ਵੇਖ ਲਓ ਵੀ ਇੰਨੇ ਜ਼ੋਰ ਵਾਲੇ ਬੰਦੇ ਨੂੰ ਕਿਵੇਂ ਮਾਰਿਆ ਜਾ ਸਕਦਾ। ਇਸ ਕਰਕੇ ਉਹਦੇ ਵਿੱਚ ਬਹੁਤਾ ਜ਼ਿਆਦਾ ਬਲ ਹੈ। ਤਕ ਤਾਕੀ ਗਿਣਤੀ ਗਣਾ। ਤੇ ਉਹਦੀ ਕਿੰਨੀ ਕੁ ਮੈਂ ਗਿਣਤੀ ਜਾਂ ਕਿੰਨਾ ਕੁ ਦੱਸਾਂ ਵੀ ਉਹਦੇ ਵਿੱਚ ਕਿੰਨਾ ਕੁ ਜ਼ੋਰ ਹੈ। ਤਾਂ ਤੇ ਨੀ ਕੋ ਇਹ ਉਪਾਏ। ਇਸ ਕਰਕੇ ਭਗਵਾਨ ਕ੍ਰਿਸ਼ਨ ਜੀਆਂ ਨੂੰ ਫਿਰ ਪੁੱਛਣ ਲੱਗ ਪਏ ਪਾਂਡਵ ਵੀ ਫਿਰ ਆਪਾਂ ਤੇ ਉਹਦੇ ਨਾਲ ਜੰਗ ਕਰਨੀ ਨਾ ਕਰ ਸਕਦੇ। ਜਿਹਦੀ ਗਦਾ ਕਈ 100 ਕਿਲੋਮੀਟਰ ਜਾਂਦੀ ਹੈ ਉਹਦੇ ਨਾਲ ਆਪਾਂ ਜੰਗ ਕਿਵੇਂ ਕਰਾਂਗੇ। ਨਾ ਆਪਾਂ ਜੰਗ ਕਰ ਸਕਦੇ, ਨਾ ਆਪਾਂ ਜਿੱਤ ਸਕਦੇ। ਫਿਰ ਆਪਾਂ ਨੂੰ ਕੀ ਕਰਨਾ ਚਾਹੀਦਾ। ਤੇ ਭਗਵਾਨ ਕ੍ਰਿਸ਼ਨ ਜੀ ਦੱਸਣ ਲੱਗੇ, ਕਹਿੰਦੇ ਫਿਰ ਇੱਕ ਤਰੀਕਾ ਹੈ, ਉਹ ਮੈਂ ਤੁਹਾਨੂੰ ਦੱਸ ਦਿੰਦਾ ਹਾਂ। ਸੈਨਾ ਹਮ ਸੋ ਚਲੇ ਨ ਕਾਏ। ਸਾਡੇ ਨਾਲ ਫੌਜ ਨਾ ਚੱਲੇ, ਆਪਾਂ ਫੌਜ ਲੈ ਕੇ ਨਾ ਚੱਲੀਏ। ਜੇ ਜਰਾਸੰਧ ਨੂੰ ਮਾਰਨਾ ਤੇ ਸਾਨੂੰ ਇੱਕ ਤਰੀਕਾ ਵਰਤਣਾ ਚਾਹੀਦਾ ਹੈ। ਜਹ ਸਨਮੁਖ ਹੋਇ ਸਕੈ ਨ ਕੋਈ। ਕਿਉਂਕਿ ਜੇ ਫੌਜ ਲੈ ਕੇ ਜਾਵਾਂਗੇ ਤੇ ਜਰਾਸੰਧ ਤੋਂ ਆਪਾਂ ਜਿੱਤ ਨਹੀਂ ਸਕਦੇ, ਕਿਉਂਕਿ ਉਹਦੀ ਫੌਜ ਆਪਣੇ ਤੋਂ ਕਈ ਗੁਣਾ ਵੱਡੀ ਹੈ ਅਤੇ ਬੜੀ ਬਲ ਵਾਲੀ ਹੈ। ਚਮੂ ਲਰੇ ਕਿਉਂ ਜੀਤਨ ਹੋਏ। ਜੇ ਆਪਾਂ ਫੌਜਾਂ ਲੜਾਵਾਂਗੇ ਤੇ ਫੌਜਾਂ ਨੂੰ ਆਪਸ ਵਿੱਚ ਲੜਾ ਕੇ ਕਦੇ ਵੀ ਜਰਾਸੰਧ ਤੋਂ ਜਿੱਤਿਆ ਨਹੀਂ ਜਾ ਸਕਦਾ ਹੈ। ਅਰਜਨ ਭੀਮ ਸੰਗ ਲੈ ਜਾਓ। ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਵੀ ਮੇਰੇ ਨਾਲ 2 ਬੰਦੇ ਭੇਜ ਦਿਓ। ਇੱਕ ਤੇ ਭਗਵਾਨ ਕ੍ਰਿਸ਼ਨ ਜੀ ਆਪ ਚੱਲੇ ਨੇ, 2 ਬੰਦੇ ਕਿਹੜੇ ਚੁਣੇ ਨੇ, ਇੱਕ ਆਖਿਆ ਅਰਜਨ ਨੂੰ ਮੇਰੇ ਨਾਲ ਚੱਲ ਤੇ ਦੂਜਾ ਆਖਿਆ ਭੀਮ ਸੈਨ ਨੂੰ ਤੁਸੀਂ ਦੋਨੇ ਜਾਣੇ ਮੇਰੇ ਨਾਲ ਚੱਲਣਾ ਕਰੋ। ਕਈ ਭੇਦ ਕਰ ਤਹ ਜਿਤਿਆਓ। ਤੇ ਆਪਾਂ ਉਹਦਾ ਭੇਦ ਲੈ ਕੇ ਚੰਗੀ ਤਰ੍ਹਾਂ ਜਾਣਕਾਰੀ ਲੈ ਕੇ ਤੇ ਫਿਰ ਆਪਾਂ ਵੱਲ ਕਰਾਂਗੇ, ਛਲ ਕਰਾਂਗੇ, ਧੋਖਾ ਕਰਾਂਗੇ, ਠੱਗੀ ਕਰਾਂਗੇ, ਕੋਈ ਨਾ ਕੋਈ ਇਹੋ ਜਿਹਾ ਦਾ ਖੇਲਾਂਗੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਨੂੰ ਆਪਾਂ ਮਾਰਾਂਗੇ, ਪਰ ਮਾਰਾਂਗੇ ਵਲ ਛਲ ਦੇ ਨਾਲ। ਫੌਜ ਦੇ ਨਾਲ ਉਸ ਨੂੰ ਜਿੱਤਿਆ ਨਹੀਂ ਜਾਣਾ ਹੈ। ਪਹੁੰਚੈ ਹਮ ਜਾਏ ਸਮੀਪ। ਤੇ ਹੁਣ ਅਸੀਂ ਉਹਦੇ ਕੋਲ ਜਾ ਕੇ ਪਹੁੰਚਾਂਗੇ। ਭੀਮ ਸੰਗ ਰਣ ਕਰੈ ਮਹੀਪ। ਤੇ ਫਿਰ ਅਸੀਂ ਉਹਨੂੰ ਕਵਾਂਗੇ ਵੀ ਤੂੰ ਭੀਮ ਸੈਨ ਦੇ ਨਾਲ ਜੰਗ ਕਰਨਾ ਕਰ। ਦਿਓ ਸੁਵਟ ਦਵੈ ਸੰਗ ਹਮਾਰੇ। ਇਸ ਕਰਕੇ ਇਹ 2 ਸੂਰਮੇ ਸਾਨੂੰ ਦੇ। ਪਾਂਡਵਾਂ ਦਾ ਸਾਰਿਆਂ ਤੋਂ ਵੱਡਾ ਭਰਾ ਉਹਦਾ ਨਾਮ ਹੈ ਯੁਧਿਸ਼ਟਰ। ਯੁਧਿਸ਼ਟਰ ਨੂੰ ਭਗਵਾਨ ਕ੍ਰਿਸ਼ਨ ਜੀ ਕਹਿ ਰਹੇ ਨੇ ਵੀ 2 ਆਪਣੇ ਭਰਾ ਜਿਹੜੇ ਨੇ ਮੈਨੂੰ ਨਾਲ ਦੇਣਾ ਕਰ। ਜਸ ਜੈ ਹੈ